ਤੁਸੀਂ ਸੁਣ ਰਹੇ ਹੋ ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ। ਲੇਖਕ ਡਾਕਟਰ ਜੋਸਫ ਮਰਫੀ। ਦੂਸਰੇ ਭਾਗ ਵਿੱਚ ਸੁਣੋ ਤੁਹਾਡਾ ਦਿਮਾਗ ਕਿਵੇਂ ਕੰਮ ਕਰਦਾ ਹੈ। ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਦਿਮਾਗ ਜਾਂ ਮਸਤਿਸ਼ਕ ਤੁਹਾਡੀ ਸਭ ਤੋਂ ਵੱਡੀ ਸੰਪਤੀ ਹੈ। ਇਹ ਹਮੇਸ਼ਾ ਤੁਹਾਡੇ ਨਾਲ ਹੈ, ਲੇਕਿਨ ਇਸ ਦੀ ਸਭ ਤੋਂ ਅਦਭੁਤ ਸ਼ਕਤੀਆਂ ਤੁਹਾਨੂੰ ਤਦੋਂ ਹੀ ਮਿਲ ਪਾਉਣਗੀਆਂ ਜਦੋਂ ਤੁਸੀਂ ਇਹਨਾਂ ਦਾ ਇਸਤੇਮਾਲ ਕਰਨਾ ਸਿੱਖ ਲਵੋ। ਜਿਵੇਂ ਕਿ ਅਸੀਂ ਵੇਖ ਚੁੱਕੇ ਹਾਂ, ਤੁਹਾਡੇ ਮਸਤਿਸ਼ਕ ਦੇ ਦੋ ਸਤਰ ਹਨ, ਚੇਤਨ ਜਾਂ ਤਾਰਕਿਕ ਸਤਰ ਅਤੇ ਅਵਚੇਤਨ ਜਾਂ ਅਤਾਰਕਿਕ ਸਤਰ। ਤੁਸੀਂ ਆਪਣੇ ਚੇਤਨ ਮਨ ਨਾਲ ਵਿਚਾਰ ਕਰਦੇ ਹੋ। ਤੁਹਾਡੇ ਆਤਨ ਵਿਚਾਰ ਤੁਹਾਡੇ ਅਵਚੇਤਨ ਮਨ ਵਿੱਚ ਉਤਰ ਜਾਂਦੇ ਹਨ, ਜਿਹੜੇ ਤੁਹਾਡੇ ਵਿਚਾਰਾਂ ਦੀ ਪ੍ਰਕਿਰਤੀ ਦੇ ਅਨੁਰੂਪ ਪਰਿਸਥਿਤੀਆਂ ਬਣਾਉਂਦੇ ਹਨ। ਤੁਹਾਡਾ ਅਵਚੇਤਨ ਮਨ ਤੁਹਾਡੀਆਂ ਭਾਵਨਾਵਾਂ ਦਾ ਸਥਾਨ ਹੈ। ਇਹ ਰਚਨਾਤਮਕ ਹੈ। ਜੇਕਰ ਤੁਸੀਂ ਚੰਗਾ ਸੋਚਦੇ ਹੋ ਤਾਂ ਤੁਹਾਨੂੰ ਚੰਗੇ ਨਤੀਜੇ ਮਿਲਣਗੇ। ਜੇਕਰ ਤੁਸੀਂ ਬੁਰਾ ਸੋਚਦੇ ਹੋ ਤਾਂ ਤੁਹਾਨੂੰ ਬੁਰੇ ਨਤੀਜੇ ਮਿਲਣਗੇ। ਤੁਹਾਡਾ ਮਸਤਿਸ਼ਕ ਇਸੇ ਤਰ੍ਹਾਂ ਕੰਮ ਕਰਦਾ ਹੈ। ਯਾਦ ਰੱਖਣ ਵਾਲੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ, ਜਦ ਅਵਚੇਤਨ ਮਨ ਕਿਸੇ ਵਿਚਾਰ ਨੂੰ ਸਵੀਕਾਰ ਕਰ ਲੈਂਦਾ ਹੈ ਤਾਂ ਉਹ ਇਸ ਉੱਤੇ ਕੰਮ ਕਰਨ ਲੱਗਦਾ ਹੈ। ਆਸ਼ਚਰਜਨਕ ਅਤੇ ਸੂਖਮ ਸੱਚ ਇਹ ਹੈ ਕਿ ਅਵਚੇਤਨ ਮਨ ਦਾ ਨਿਯਮ ਚੰਗੇ ਅਤੇ ਮਾੜੇ ਦੋਵਾਂ ਤਰ੍ਹਾਂ ਦੇ ਵਿਚਾਰਾਂ ਉੱਤੇ ਸਮਾਨ ਤੌਰ 'ਤੇ ਕੰਮ ਕਰਦਾ ਹੈ। ਜੇਕਰ ਇਸ ਨਿਯਮ ਦਾ ਨਕਾਰਾਤਮਕ ਪ੍ਰਯੋਗ ਕੀਤਾ ਜਾਵੇ ਤਾਂ ਇਹ ਅਸਫਲਤਾ, ਕੁੰਠਾ ਅਤੇ ਦੁੱਖ ਨੂੰ ਉਤਪੰਨ ਕਰਦਾ ਹੈ। ਦੂਜੇ ਪਾਸੇ ਜੇਕਰ ਤੁਹਾਡੀ ਆਦਤਨ ਸੋਚ ਸਦਭਾਵਨਾਪੂਰਨ ਅਤੇ ਸਿਰਜਣਾਤਮਕ ਹੈ ਤਾਂ ਤੁਹਾਨੂੰ ਆਦਰਸ਼ ਸਿਹਤ, ਸਫਲਤਾ ਅਤੇ ਸਮਰਿੱਧੀ ਮਿਲਦੀ ਹੈ। ਜਦੋਂ ਤੁਸੀਂ ਸਹੀ ਤਰੀਕੇ ਨਾਲ ਸੋਚਣ ਅਤੇ ਮਹਿਸੂਸ ਕਰਨ ਲੱਗਦੇ ਹੋ ਤਾਂ ਤੁਹਾਨੂੰ ਮਾਨਸਿਕ ਸ਼ਾਂਤੀ ਅਤੇ ਸਿਹਤਮੰਦ ਸਰੀਰ ਹਮੇਸ਼ਾ ਮਿਲਦਾ ਹੈ। ਤੁਸੀਂ ਮਾਨਸਿਕ ਤੌਰ 'ਤੇ ਜਿਸ ਨੂੰ ਵੀ ਸੱਚ ਮੰਨੋਗੇ ਅਤੇ ਜਿਸ ਦਾ ਦਾਅਵਾ ਕਰੋਗੇ, ਤੁਹਾਡਾ ਅਵਚੇਤਨ ਮਨ ਉਸ ਨੂੰ ਸਵੀਕਾਰ ਕਰ ਲਵੇਗਾ ਅਤੇ ਉਸ ਨੂੰ ਸਾਕਾਰ ਕਰ ਦੇਵੇਗਾ। ਤੁਹਾਨੂੰ ਤਾਂ ਬਸ ਆਪਣੇ ਅਵਚੇਤਨ ਮਨ ਕੋਲੋਂ ਆਪਣੇ ਵਿਚਾਰਾਂ ਨੂੰ ਸਵੀਕਾਰ ਹੀ ਕਰਾਉਣਾ ਹੈ। ਇਸ ਤੋਂ ਬਾਅਦ ਅਵਚੇਤਨ ਮਨ ਦਾ ਨਿਯਮ ਤੁਹਾਡੀ ਮਨ ਭਾਉਂਦੀ ਸਿਹਤ, ਸ਼ਾਂਤੀ ਅਤੇ ਸਮਰਿੱਧੀ ਪੈਦਾ ਕਰ ਦੇਵੇਗਾ। ਤੁਸੀਂ ਆਦੇਸ਼ ਦਿੰਦੇ ਹੋ ਅਤੇ ਤੁਹਾਡਾ ਅਵਚੇਤਨ ਉਸ ਉੱਤੇ ਛੱਡੀ ਗਈ ਵਿਚਾਰਕ ਛਾਪ ਨੂੰ ਸਾਕਾਰ ਕਰਨ ਲਈ ਪੂਰੀ ਲਗਨ ਨਾਲ ਕੰਮ ਕਰਦਾ ਹੈ। ਤੁਹਾਡੇ ਮਸਤਿਸ਼ਕ ਦਾ ਨਿਯਮ ਇਹ ਹੈ, ਤੁਹਾਡੇ ਅਵਚੇਤਨ ਮਨ ਦੀ ਪ੍ਰਤੀਕਿਰਿਆ ਤੁਹਾਡੇ ਚੇਤਨ ਮਨ ਵਿੱਚ ਰੱਖੇ ਗਏ ਵਿਚਾਰਾਂ ਦੀ ਪ੍ਰਕਿਰਤੀ ਨਾਲ ਤੈਅ ਹੁੰਦੀ ਹੈ। ਮਨੋਵਿਗਿਆਨੀ ਅਤੇ ਮਨੋਚਿਕਿਤਸਕ ਦੱਸਦੇ ਹਨ ਕਿ ਜਦੋਂ ਵਿਚਾਰ ਤੁਹਾਡੇ ਅਵਚੇਤਨ ਮਨ ਤੱਕ ਪਹੁੰਚ ਜਾਂਦੇ ਹਨ ਤਾਂ ਮਸਤਿਸ਼ਕ ਦੀਆਂ ਕੋਸ਼ਿਕਾਵਾਂ ਵਿੱਚ ਉਹਨਾਂ ਦੀ ਛਾਪ ਬਣ ਜਾਂਦੀ ਹੈ। ਜਿਵੇਂ ਹੀ ਤੁਹਾਡਾ ਅਵਚੇਤਨ ਕਿਸੇ ਵਿਚਾਰ ਨੂੰ ਸਵੀਕਾਰ ਕਰ ਲੈਂਦਾ ਹੈ, ਇਹ ਉਸ ਨੂੰ ਸਾਕਾਰ ਕਰਨ ਵਿੱਚ ਇੱਕਦਮ ਜੁਟ ਜਾਂਦਾ ਹੈ। ਵਿਚਾਰਾਂ ਦੇ ਅਨੁਰੂਪ ਹੀ ਕੰਮ ਕਰਕੇ ਇਹ ਆਪਣੇ ਨਿਸ਼ਾਨੇ ਨੂੰ ਸਾਕਾਰ ਕਰਨ ਲਈ ਗਿਆਨ ਦੇ ਹਰ ਉਸ ਹਿੱਸੇ ਦਾ ਇਸਤੇਮਾਲ ਕਰਦਾ ਹੈ ਜਿਹੜਾ ਤੁਸੀਂ ਜ਼ਿੰਦਗੀ ਭਰ ਇਕੱਠਾ ਕੀਤਾ ਹੈ। ਇਹ ਤੁਹਾਡੀ ਅੰਦਰਲੀ ਅਸੀਮ ਸ਼ਕਤੀ, ਊਰਜਾ ਅਤੇ ਬੁੱਧੀ ਦਾ ਇਸਤੇਮਾਲ ਕਰਦਾ ਹੈ। ਨਤੀਜਾ ਪਾਉਣ ਲਈ ਇਹ ਪ੍ਰਕਿਰਤੀ ਦੇ ਸਾਰੇ ਨਿਯਮਾਂ ਦਾ ਇਸਤੇਮਾਲ ਕਰਦਾ ਹੈ। ਕਈ ਵਾਰੀ ਇਹ ਤੁਹਾਡੀ ਮੁਸ਼ਕਲਾਂ ਦਾ ਸਮਾਧਾਨ ਤੁਰੰਤ ਹੀ ਲੱਭ ਲੈਂਦਾ ਹੈ, ਜਦੋਂ ਕਿ ਕਈ ਵਾਰੀ ਕਈ ਦਿਨਾਂ, ਹਫ਼ਤਿਆਂ ਜਾਂ ਇਸ ਤੋਂ ਵੀ ਜ਼ਿਆਦਾ ਸਮਾਂ ਲੱਗ ਸਕਦਾ ਹੈ। ਇਸ ਦੇ ਤਰੀਕੇ ਅਬੁੱਝ ਹਨ। ਚੇਤਨ ਅਤੇ ਅਵਚੇਤਨ ਭਿੰਨਤਾਵਾਂ। ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਚੇਤਨ ਅਤੇ ਅਵਚੇਤਨ ਦੋ ਮਸਤਿਸ਼ਕ ਨਹੀਂ ਹਨ, ਉਹ ਤਾਂ ਇੱਕੋ ਹੀ ਮਸਤਿਸ਼ਕ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੇ ਦੋ ਖੇਤਰ ਹਨ। ਤੁਹਾਡਾ ਚੇਤਨ ਮਨ ਤਾਰਕਿਕ ਮਸਤਿਸ਼ਕ ਹੈ। ਇਹ ਮਸਤਿਸ਼ਕ ਦਾ ਉਹ ਹਿੱਸਾ ਹੈ ਜਿਹੜਾ ਵਿਕਲਪ ਚੁਣਦਾ ਹੈ। ਉਦਾਹਰਨ ਲਈ, ਤੁਸੀਂ ਆਪਣੀਆਂ ਪੁਸਤਕਾਂ, ਆਪਣਾ ਘਰ, ਆਪਣਾ ਜੀਵਨ ਸਾਥੀ ਚੁਣਦੇ ਹੋ। ਤੁਸੀਂ ਆਪਣੇ ਸਾਰੇ ਨਿਰਣੇ ਚੇਤਨ ਮਨ ਨਾਲ ਕਰਦੇ ਹੋ। ਦੂਜੇ ਪਾਸੇ ਤੁਹਾਡੇ ਸੁਚੇਤਨ ਹੋਣ ਤੋਂ ਬਿਨਾਂ ਹੀ ਤੁਹਾਡਾ ਹਿਰਦਾ ਆਪਣੇ ਆਪ ਕੰਮ ਕਰਦਾ ਹੈ ਅਤੇ ਹਾਜ਼ਮਾ, ਲਹੂ ਸੰਚਾਰ ਅਤੇ ਸਾਹ ਲੈਣ ਦੀ ਜ਼ਰੂਰੀ ਪ੍ਰਕਿਰਿਆਵਾਂ ਚੱਲਦੀਆਂ ਰਹਿੰਦੀਆਂ ਹਨ।
ਇਹ ਸਾਰੇ ਕੰਮ ਤੁਹਾਡਾ ਅਵਚੇਤਨ ਮਨ ਕਰਦਾ ਹੈ। ਇਹਨਾਂ ਪ੍ਰਕਿਰਿਆਵਾਂ ਲਈ ਤੁਹਾਡੇ ਚੇਤਨ ਨਿਯੰਤਰਣ ਦੀ ਲੋੜ ਨਹੀਂ ਹੁੰਦੀ। ਤੁਸੀਂ ਆਪਣੇ ਅਵਚੇਤਨ ਮਨ ਉੱਤੇ ਜੋ ਵੀ ਛਾਪ ਛੱਡਦੇ ਹੋ ਜਾਂ ਤੁਸੀਂ ਜਿਸ ਵਿੱਚ ਵੀ ਪ੍ਰਬਲ ਵਿਸ਼ਵਾਸ ਕਰਦੇ ਹੋ, ਤੁਹਾਡਾ ਅਵਚੇਤਨ ਮਨ ਉਸ ਨੂੰ ਸਵੀਕਾਰ ਕਰ ਲੈਂਦਾ ਹੈ। ਇਹ ਤੁਹਾਡੇ ਚੇਤਨ ਮਨ ਵਾਂਗ ਤਰਕ ਨਹੀਂ ਕਰਦਾ ਜਾਂ ਬਹਿਸ ਨਹੀਂ ਕਰਦਾ। ਤੁਹਾਡਾ ਅਵਚੇਤਨ ਮਨ ਉਸ ਮਿੱਟੀ ਵਾਂਗ ਹੈ ਜਿਹੜੀ ਕਿਸੇ ਵੀ ਤਰ੍ਹਾਂ ਦੇ ਬੀਜ ਨੂੰ ਸਵੀਕਾਰ ਕਰ ਲੈਂਦੀ ਹੈ, ਭਾਵੇਂ ਉਹ ਚੰਗਾ ਹੋਵੇ ਜਾਂ ਮਾੜਾ। ਤੁਹਾਡੇ ਵਿਚਾਰ ਸਰਗਰਮ ਹਨ, ਉਹ ਬੀਜ ਹਨ। ਨਕਾਰਾਤਮਕ ਜਾਂ ਵਿਨਾਸ਼ਕਾਰੀ ਵਿਚਾਰ ਤੁਹਾਡੇ ਅਵਚੇਤਨ ਮਨ ਵਿੱਚ ਨਕਾਰਾਤਮਕ ਤੌਰ 'ਤੇ ਕੰਮ ਕਰਦੇ ਹਨ। ਦੇਰ ਸਵੇਰ ਉਹ ਪ੍ਰਗਟ ਹੋ ਜਾਣਗੇ ਅਤੇ ਆਪਣੇ ਅਨੁਰੂਪ ਕਿਸੇ ਵੀ ਨਕਾਰਾਤਮਕ ਘਟਨਾ ਨੂੰ ਉਤਪੰਨ ਕਰ ਦੇਣਗੇ। ਯਾਦ ਰੱਖੋ, ਤੁਹਾਡਾ ਅਵਚੇਤਨ ਮਨ ਇਹ ਸਾਬਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦਾ ਹੈ ਕਿ ਤੁਹਾਡੇ ਵਿਚਾਰ ਚੰਗੇ ਹਨ ਜਾਂ ਮਾੜੇ, ਸਹੀ ਹਨ ਜਾਂ ਗਲਤ। ਇਹ ਤਾਂ ਤੁਹਾਡੇ ਵਿਚਾਰਾਂ ਜਾਂ ਸੁਝਾਵਾਂ ਦੀ ਪ੍ਰਕਿਰਤੀ ਦੇ ਅਨੁਰੂਪ ਪ੍ਰਤੀਕਿਰਿਆ ਕਰਦਾ ਹੈ। ਉਦਾਹਰਣ ਵਾਸਤੇ, ਜੇਕਰ ਤੁਸੀਂ ਕਿਸੇ ਝੂਠੀ ਚੀਜ਼ ਨੂੰ ਵੀ ਚੇਤਨ ਤੌਰ 'ਤੇ ਸੱਚ ਮੰਨ ਲਓ ਤਾਂ ਤੁਹਾਡਾ ਅਵਚੇਤਨ ਮਨ ਇਸ ਨੂੰ ਸੱਚ ਮੰਨ ਲਵੇਗਾ ਅਤੇ ਉਸ ਦੇ ਅਨੁਰੂਪ ਨਤੀਜੇ ਦੇਣ ਲੱਗੇਗਾ, ਕਿਉਂਕਿ ਤੁਸੀਂ ਚੇਤਨ ਤੌਰ 'ਤੇ ਇਸ ਨੂੰ ਸੱਚ ਮੰਨ ਲਿਆ ਹੈ। ਮਨੋਵਿਗਿਆਨੀਆਂ ਦੇ ਪ੍ਰਯੋਗ। ਮਨੋਵਿਗਿਆਨੀਆਂ ਅਤੇ ਹੋਰ ਸੋਧਕਰਤਾਵਾਂ ਨੇ ਬੜੇ ਸਾਰੇ ਸਮੂਹਿਤ ਕੀਤੇ ਗਏ ਲੋਕਾਂ ਉੱਤੇ ਪ੍ਰਯੋਗ ਕੀਤੇ ਹਨ। ਉਹਨਾਂ ਦੇ ਸ਼ੋਧ ਰਾਹੀਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਵਚੇਤਨ ਮਨ ਕੋਈ ਚੋਣ ਜਾਂ ਤੋਲ ਨਹੀਂ ਕਰਦਾ, ਜਿਹੜੀ ਕਿ ਤਾਰਕਿਕ ਪ੍ਰਕਿਰਿਆ ਲਈ ਲੋੜੀਂਦੀ ਹੈ। ਤੁਹਾਡਾ ਅਵਚੇਤਨ ਮਨ ਕਿਸੇ ਵੀ ਸੁਝਾਅ ਨੂੰ ਸਵੀਕਾਰ ਕਰ ਲਵੇਗਾ, ਭਲੇ ਹੀ ਉਹ ਭਾਵੇਂ ਝੂਠ ਹੀ ਹੋਵੇ, ਅਤੇ ਸੁਝਾਅ ਮੰਨਣ ਤੋਂ ਬਾਅਦ ਇਹ ਉਸ ਦੀ ਪ੍ਰਕਿਰਤੀ ਅਨੁਸਾਰ ਪ੍ਰਤੀਕਿਰਿਆ ਕਰੇਗਾ। ਤੁਹਾਡਾ ਅਵਚੇਤਨ ਮਨ ਕਿੰਨਾ ਸੁਝਾਉਣਯੋਗ ਹੈ, ਇਹ ਸਮਝਣ ਲਈ ਇੱਕ ਉਦਾਹਰਣ ਦੇਖੋ। ਜੇਕਰ ਕੋਈ ਸਮੂਹਨ ਮਾਰ ਕਿਸੇ ਨੂੰ ਇਹ ਸੁਝਾਅ ਦੇਵੇ ਕਿ ਉਹ ਨੈਪੋਲੀਅਨ ਬੋਨਾਪਾਰਟੇ ਹੈ ਜਾਂ ਕੁੱਤਾ ਜਾਂ ਬਿੱਲੀ ਹੈ, ਤਾਂ ਉਹ ਵਿਅਕਤੀ ਪੂਰੀ ਨਿਪੁੰਨਤਾ ਨਾਲ ਉਸ ਭੂਮਿਕਾ ਨੂੰ ਨਿਭਾਉਣ ਲੱਗੇਗਾ। ਕੁਝ ਸਮੇਂ ਲਈ ਉਸ ਦਾ ਪੂਰਾ ਵਿਅਕਤਿਤਵ ਬਦਲ ਜਾਵੇਗਾ। ਉਹ ਵਿਅਕਤੀ ਆਪਣੇ ਆਪ ਨੂੰ ਉਹੀ ਮੰਨ ਲਵੇਗਾ ਜਿਸ ਦਾ ਸੁਝਾਅ ਸਮੂਹਨ ਮਾਰ ਨੇ ਦਿੱਤਾ। ਨਿਪੁੰਨ ਸਮੂਹਨ ਮਾਰ ਦੀ ਅਵਸਥਾ ਵਿੱਚ ਆਪਣੇ ਕਿਸੇ ਵਿਦਿਆਰਥੀ ਨੂੰ ਇਹ ਸੁਝਾਅ ਦੇ ਸਕਦਾ ਹੈ ਕਿ ਉਹ ਪਿੱਠ ਨੂੰ ਖਾਜ ਕਰੇ। ਦੂਜੇ ਨੂੰ ਇਹ ਸੁਝਾਅ ਦੇ ਸਕਦਾ ਹੈ ਕਿ ਉਸ ਦੀ ਨੱਕ ਤੋਂ ਲਹੂ ਨਿਕਲ ਰਿਹਾ ਹੈ। ਤੀਜੇ ਨੂੰ ਇਹ ਸੁਝਾਅ ਦੇ ਸਕਦਾ ਹੈ ਉਹ ਸੰਗਮਰਮਰ ਦੀ ਮੂਰਤੀ ਹੈ, ਅਤੇ ਚੌਥੇ ਨੂੰ ਇਹ ਸੁਝਾਅ ਦੇ ਸਕਦਾ ਹੈ ਕਿ ਤਾਪਕ੍ਰਮ 0 ਤੋਂ ਘੱਟ ਹੈ ਅਤੇ ਉਹ ਬਰਫ਼ ਵਾਂਗ ਜੰਮ ਗਿਆ ਹੈ। ਹਰ ਵਿਦਿਆਰਥੀ ਉਸ ਨੂੰ ਦਿੱਤੇ ਗਏ ਵਿਸ਼ੇਸ਼ ਸੁਝਾਅ ਦੇ ਅਨੁਰੂਪ ਕੰਮ ਕਰੇਗਾ। ਉਹ ਉਹਨਾਂ ਸਾਰੀਆਂ ਪਰਿਸਥਿਤੀਆਂ ਨੂੰ ਨਜ਼ਰ ਅੰਦਾਜ਼ ਕਰ ਦੇਵੇਗਾ ਜਿਹੜੀਆਂ ਉਸ ਸਮੂਹਨ ਦੇ ਸੁਝਾਅ ਦੇ ਅਨੁਰੂਪ ਨਹੀਂ ਹਨ। ਇਹ ਸੌਖਾ ਉਦਾਹਰਣ ਤੁਹਾਡੇ ਚੇਤਨ ਮਨ ਜਾਂ ਤਾਰਕਿਕ ਮਸਤਿਸ਼ਕ ਅਤੇ ਤੁਹਾਡੇ ਅਵਚੇਤਨ ਮਨ ਦੇ ਫਰਕ ਨੂੰ ਉਲੀਕਦਾ ਹੈ। ਤੁਹਾਡਾ ਅਵਚੇਤਨ ਮਨ ਗੈਰ ਸ਼ਖਸੀ ਅਤੇ ਚੋਣਹੀਣ ਹੈ। ਇਹ ਹਰ ਉਸ ਚੀਜ਼ ਨੂੰ ਸੱਚ ਮੰਨ ਲੈਂਦਾ ਹੈ ਜਿਸ ਨੂੰ ਤੁਹਾਡਾ ਚੇਤਨ ਮਨ ਸੱਚ ਮੰਨਦਾ ਹੈ। ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਇਹੋ ਜਿਹੇ ਵਿਚਾਰ ਅਤੇ ਆਧਾਰ ਵਾਕਾਂ ਨੂੰ ਚੁਣੋ ਜਿਹੜੇ ਤੁਹਾਨੂੰ ਸੁੱਖ ਪਹੁੰਚਾਉਣ, ਤੁਹਾਡਾ ਉਪਚਾਰ ਕਰਨ ਅਤੇ ਤੁਹਾਡੀ ਆਤਮਾ ਨੂੰ ਖੁਸ਼ੀਆਂ ਨਾਲ ਭਰ ਦੇਣ। ਯਥਾਰਥਵਾਦੀ ਅਤੇ ਕਲਪਨਾਵਾਦੀ ਦਾ ਸਪਸ਼ਟੀਕਰਨ। ਚੇਤਨ ਮਨ ਨੂੰ ਕਈ ਵਾਰੀ ਯਥਾਰਥਵਾਦੀ ਮਨ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਸੰਬੰਧ ਬਾਹਰੀ ਵਸਤੂਆਂ ਨਾਲ ਹੁੰਦਾ ਹੈ। ਯਥਾਰਥਵਾਦੀ ਮਨ ਓਬਜੈਕਟਿਵ ਮਾਈਂਡ ਬਾਹਰੀ ਦੁਨੀਆ ਦੇ ਪ੍ਰਤੀ ਜਾਗਰੂਕ ਰਹਿੰਦਾ ਹੈ। ਇਸ ਦੇ ਪੜਚੋਲ ਦੇ ਸਾਧਨ ਤੁਹਾਡੇ 5 ਸਰੀਰਕ ਇੰਦਰੀਆਂ ਹਨ। ਤੁਹਾਡਾ ਯਥਾਰਥਵਾਦੀ ਮਨ ਤੁਹਾਡੇ ਪਰਿਵੇਸ਼ ਤੋਂ ਸੰਪਰਕ ਦਾ ਮਾਰਗਦਰਸ਼ਕ ਅਤੇ ਨਿਰਦੇਸ਼ਕ ਹੈ। ਤੁਸੀਂ ਇਹਨਾਂ 5 ਇੰਦਰੀਆਂ ਨਾਲ ਗਿਆਨ ਪ੍ਰਾਪਤ ਕਰਦੇ ਹੋ। ਤੁਹਾਡਾ ਯਥਾਰਥਵਾਦੀ ਮਨ ਪੜਚੋਲ ਅਨੁਭਵ ਅਤੇ ਸਿੱਖਿਆ ਰਾਹੀਂ ਸਿੱਖਦਾ ਹੈ। ਜਿਵੇਂ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਯਥਾਰਥਵਾਦੀ ਮਨ ਦਾ ਸਭ ਤੋਂ ਮਹਾਨ ਕੰਮ ਤਰਕ ਜਾਂ ਵਿਵੇਚਨਾ ਕਰਨਾ ਹੈ। ਮੰਨ ਲਓ ਤੁਸੀਂ ਉਹਨਾਂ ਹਜ਼ਾਰਾਂ ਲੱਖਾਂ ਸੈਰ ਕਰਨ ਵਾਲਿਆਂ ਵਿੱਚੋਂ ਇੱਕ ਹੋ ਜੋ ਹਰ ਸਾਲ ਗ੍ਰਾਂਡ ਕੈਨਯਨ ਦੀ ਸੈਰ ਕਰਦੇ ਹਨ। ਤੁਸੀਂ ਇਸ ਨਤੀਜੇ 'ਤੇ ਪੁੱਜੋਗੇ ਕਿ ਇਹ ਦੁਨੀਆ ਦੀ ਸਭ ਤੋਂ ਅਦਭੁਤ ਪ੍ਰਾਕ੍ਰਿਤਕ
ਅਚਰਜਾਂ ਵਿੱਚੋਂ ਇੱਕ ਹੈ। ਇਹ ਨਤੀਜਾ ਇਸ ਦੀ ਅਸਾਂਭੀ ਡੂੰਘਾਈ, ਚਟਾਨਾਂ ਦੇ ਜਟਲ ਆਕਾਰ, ਭਿੰਨ-ਭਿੰਨ ਥਾਵਾਂ ਅਤੇ ਰੰਗਾਂ ਦੀ ਅਦਭੁਤ ਚਿੱਤਰਕਾਰੀ ਨੂੰ ਦੇਖਣ ਉੱਤੇ ਆਧਾਰਿਤ ਹੋਵੇਗਾ। ਇਹ ਤੁਹਾਡੇ ਯਥਾਰਥਵਾਦੀ ਮਨ ਦਾ ਕੰਮ ਹੈ। ਅਵਚੇਤਨ ਮਨ ਨੂੰ ਆਮ ਕਰਕੇ ਕਲਪਨਾਵਾਦੀ ਮਨ ਵੀ ਕਿਹਾ ਜਾਂਦਾ ਹੈ। ਤੁਹਾਡਾ ਕਲਪਨਾਵਾਦੀ ਮਨ ਆਪਣੇ ਮਾਹੌਲ ਦੇ ਪ੍ਰਤੀ ਜਾਗਰੂਕ ਤਾਂ ਹੁੰਦਾ ਹੈ, ਲੇਕਿਨ ਸਰੀਰਕ ਇੰਦਰੀਆਂ ਰਾਹੀਂ ਨਹੀਂ। ਤੁਹਾਡਾ ਅਵਚੇਤਨ ਮਨ ਅੰਤਰ ਗਿਆਨ ਨੂੰ ਮਹਿਸੂਸ ਕਰਦਾ ਹੈ। ਇਹ ਤੁਹਾਡੀ ਭਾਵਨਾਵਾਂ ਦਾ ਸਥਾਨ ਅਤੇ ਯਾਦਾਂ ਦਾ ਭੰਡਾਰ ਹੈ। ਤੁਹਾਡਾ ਕਲਪਨਾਵਾਦੀ ਮਨ ਆਪਣੇ ਉੱਚੇ ਕੰਮ ਤਦ ਕਰਦਾ ਹੈ ਜਦ ਤੁਹਾਡੀ ਯਥਾਰਥਵਾਦੀ ਇੰਦਰੀਆਂ ਕੰਮ ਨਾ ਕਰਦੀਆਂ ਹੋਣ। ਦੂਜੇ ਸ਼ਬਦਾਂ ਵਿੱਚ, ਜਦੋਂ ਯਥਾਰਥਵਾਦੀ ਮਨ ਸ਼ਿਥਲ ਹੋਵੇ ਜਾਂ ਨੀਂਦਰ ਦੀ ਅਵਸਥਾ ਵਿੱਚ ਹੋਵੇ, ਤਦ ਕਲਪਨਾਵਾਦੀ ਬੁੱਧੀ ਸਭ ਤੋਂ ਚੰਗੀ ਤਰ੍ਹਾਂ ਕੰਮ ਕਰਦੀ ਹੈ। ਤੁਹਾਡਾ ਕਲਪਨਾਵਾਦੀ ਮਨ ਬਿਨਾਂ ਪ੍ਰਾਕ੍ਰਿਤਕ ਇੰਦਰੀ ਭਾਵ ਅੱਖਾਂ ਤੋਂ ਬਿਨਾਂ ਦੇਖ ਸਕਦਾ ਹੈ। ਇਸ ਨੂੰ ਦਿਵ ਦ੍ਰਿਸ਼ਟੀ ਅਤੇ ਅਗੰਮੀ ਵਾਕ ਸੁਣਨ ਦੀ ਸਮਰੱਥਾ ਹੈ। ਇਹ ਕਿਤੇ ਵੀ ਹੋ ਰਹੀ ਘਟਨਾਵਾਂ ਨੂੰ ਦੇਖ ਜਾਂ ਸੁਣ ਸਕਦਾ ਹੈ। ਤੁਹਾਡਾ ਕਲਪਨਾਵਾਦੀ ਮਨ ਤੁਹਾਡੇ ਸਰੀਰ ਤੋਂ ਬਾਹਰ ਨਿਕਲ ਕੇ ਦੂਰ ਦੇਸ਼ਾਂ ਦੀ ਯਾਤਰਾ ਕਰ ਸਕਦਾ ਹੈ ਅਤੇ ਅਕਸਰ ਬੜੀ ਸਟੀਕ ਤੇ ਸੱਚੀ ਜਾਣਕਾਰੀ ਲਿਆ ਸਕਦਾ ਹੈ। ਕਲਪਨਾਵਾਦੀ ਮਨ ਰਾਹੀਂ ਤੁਸੀਂ ਦੂਜੇ ਦੇ ਵਿਚਾਰ ਜਾਣ ਸਕਦੇ ਹੋ, ਬੰਦ ਚਿੱਠੀਆਂ ਦੇ ਮਜ਼ਮੂਨ ਪੜ੍ਹ ਸਕਦੇ ਹੋ ਜਾਂ ਕੰਪਿਊਟਰ ਡਿਸਕ ਤੇ ਡਿਸਕ ਡਰਾਈਵ ਦੇ ਪ੍ਰਯੋਗ ਤੋਂ ਬਿਨਾਂ ਜਾਣਕਾਰੀ ਭਾਂਪ ਸਕਦੇ ਹੋ। ਜਦੋਂ ਤੁਸੀਂ ਆਪਣੇ ਯਥਾਰਥਵਾਦੀ ਅਤੇ ਕਲਪਨਾਵਾਦੀ ਮਨ ਦੀ ਆਪਸੀ ਕਾਰਜਵਿਧੀ ਨੂੰ ਸਮਝ ਲੈਂਦੇ ਹੋ ਤਾਂ ਤੁਸੀਂ ਪ੍ਰਾਰਥਨਾ ਦੀ ਸੱਚੀ ਕਲਾ ਸਿੱਖਣ ਦੀ ਬਿਹਤਰ ਸਥਿਤੀ ਵਿੱਚ ਪੁੱਜ ਜਾਂਦੇ ਹੋ। ਅਵਚੇਤਨ ਮਨ ਚੇਤਨ ਮਨ ਵਾਂਗ ਤਰਕ ਨਹੀਂ ਕਰ ਸਕਦਾ। ਤੁਸੀਂ ਆਪਣੇ ਅਵਚੇਤਨ ਮਨ ਨੂੰ ਭਾਵੇਂ ਜਿਹੜਾ ਕੁਝ ਦੱਸੋ, ਉਸ ਵਿੱਚ ਬਹਿਸ ਜਾਂ ਵਿਰੋਧ ਕਰਨ ਦੀ ਸਮਰੱਥਾ ਨਹੀਂ ਹੁੰਦੀ। ਜੇਕਰ ਤੁਸੀਂ ਇਸ ਨੂੰ ਗਲਤ ਜਾਣਕਾਰੀ ਦੇਵੋਗੇ ਤਾਂ ਵੀ ਇਹ ਉਸ ਨੂੰ ਸੱਚ ਮੰਨ ਲਵੇਗਾ। ਫਿਰ ਇਹ ਉਸ ਜਾਣਕਾਰੀ ਨੂੰ ਸਹੀ ਬਣਾਉਣ ਲਈ ਕੰਮ ਕਰੇਗਾ। ਇਹ ਤੁਹਾਡੇ ਗਲਤ ਸੁਝਾਵਾਂ ਨੂੰ ਵੀ ਪਰਿਸਥਿਤੀਆਂ, ਅਨੁਭਵਾਂ ਅਤੇ ਘਟਨਾਵਾਂ ਵਿੱਚ ਸਾਕਾਰ ਕਰ ਦੇਵੇਗਾ। ਤੁਹਾਡੇ ਨਾਲ ਜੋ ਵੀ ਹੋਇਆ ਹੈ, ਇਸ ਲਈ ਹੋਇਆ ਹੈ ਕਿ ਤੁਸੀਂ ਵਿਸ਼ਵਾਸ ਰਾਹੀਂ ਆਪਣੇ ਅਵਚੇਤਨ ਮਨ ਉੱਤੇ ਛਾਪ ਛੱਡੀ ਹੈ। ਜੇਕਰ ਤੁਸੀਂ ਗਲਤ ਸੰਚਾਰਨਾ ਕੀਤੀ ਹੈ ਜਾਂ ਆਪਣੇ ਅਵਚੇਤਨ ਮਨ ਤੱਕ ਵਿਰਕਤ ਸੰਕਲਪ ਪਹੁੰਚਾਏ ਹਨ, ਤਾਂ ਉਹਨਾਂ ਨੂੰ ਛੇਤੀ ਤੋਂ ਛੇਤੀ ਸੁਧਾਰਨਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਇਸ ਨੂੰ ਕਰਨ ਦਾ ਸਭ ਤੋਂ ਨਿਸ਼ਚਿਤ ਤਰੀਕਾ ਆਪਣੇ ਅਵਚੇਤਨ ਮਨ ਨੂੰ ਲਗਾਤਾਰ ਸਿਰਜਣਾਤਮਕ ਅਤੇ ਸਦਭਾਵਨਾਪੂਰਨ ਵਿਚਾਰ ਦਿੰਦੇ ਰਹਿਣਾ ਹੈ। ਵਾਰ-ਵਾਰ ਦੁਹਰਾਉਣ ਉੱਤੇ ਤੁਹਾਡਾ ਅਵਚੇਤਨ ਮਨ ਇਹਨਾਂ ਨੂੰ ਸਵੀਕਾਰ ਕਰ ਲੈਂਦਾ ਹੈ। ਇੰਝ ਤੁਸੀਂ ਵਿਚਾਰ ਤੇ ਜੀਵਨ ਦੀ ਨਵੀਂ ਤੇ ਜ਼ਿਆਦਾ ਚੰਗੀਆਂ ਆਦਤਾਂ ਨੂੰ ਪਾ ਸਕਦੇ ਹੋ, ਕਿਉਂਕਿ ਤੁਹਾਡਾ ਅਵਚੇਤਨ ਮਨ ਆਦਤ ਦਾ ਸਥਾਨ ਹੈ। ਤੁਹਾਡੇ ਚੇਤਨ ਮਨ ਦੇ ਆਦਤਨ ਵਿਚਾਰ ਤੁਹਾਡੇ ਅਵਚੇਤਨ ਮਨ ਵਿੱਚ ਡੂੰਘੇ ਖਾਂਚੇ ਬਣਾ ਦਿੰਦੇ ਹਨ। ਜੇਕਰ ਤੁਹਾਡੇ ਵਿੱਚ ਇਹ ਵਿਚਾਰ ਸਦਭਾਵਨਾਪੂਰਨ, ਸ਼ਾਂਤ ਅਤੇ ਸਿਰਜਣਾਤਮਕ ਹਨ ਤਾਂ ਤੁਹਾਡਾ ਅਵਚੇਤਨ ਮਨ ਪ੍ਰਤੀਕਿਰਿਆ ਕਰਦਿਆਂ ਸਦਭਾਵ, ਸ਼ਾਂਤੀ ਅਤੇ ਸਿਰਜਣਾਤਮਕ ਪਰਿਸਥਿਤੀਆਂ ਉਤਪੰਨ ਕਰੇਗਾ। ਕੀ ਤੁਸੀਂ ਡਰ, ਚਿੰਤਾ ਅਤੇ ਹੋਰ ਤਰ੍ਹਾਂ ਦੀਆਂ ਵਿਨਾਸ਼ਕ ਸੋਚ ਦੇ ਸ਼ਿਕਾਰ ਹੋ? ਇਲਾਜ ਹੈ ਆਪਣੇ ਅਵਚੇਤਨ ਮਨ ਦੀ ਸ਼ਕਤੀ ਨੂੰ ਪਛਾਣ ਕੇ ਉਸ ਨੂੰ ਸੁਤੰਤਰਤਾ, ਖੁਸ਼ੀ ਅਤੇ ਸੰਪੂਰਨ ਸਿਹਤ ਦੇ ਆਦੇਸ਼ ਦੇਣਾ। ਤੁਹਾਡਾ ਅਵਚੇਤਨ ਮਨ ਰਚਨਾਤਮਕ ਹੈ ਅਤੇ ਦੈਵੀ ਸਰੋਤ ਦੇ ਨਾਲ ਇੱਕ ਰੂਪ ਹੈ। ਇਹ ਉਸ ਸੁਤੰਤਰਤਾ, ਖੁਸ਼ੀ ਅਤੇ ਸੰਪੂਰਨ ਸਿਹਤ ਨੂੰ ਉਤਪੰਨ ਕਰਨ ਲੱਗੇਗਾ ਜਿਸ ਦਾ ਆਦੇਸ਼ ਤੁਸੀਂ ਪੂਰੇ ਵਿਸ਼ਵਾਸ ਨਾਲ ਦਿੱਤਾ ਹੈ। ਸੁਝਾਅ ਦੀ ਜ਼ਬਰਦਸਤ ਸ਼ਕਤੀ। ਅਸੀਂ ਹੁਣ ਤਾਈਂ ਜਿਹੜੀਆਂ ਗੱਲਾਂ ਉੱਤੇ ਵਿਚਾਰ ਕੀਤਾ ਹੈ, ਉਹਨਾਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਚੇਤਨ ਮਨ ਦਰਬਾਨ ਵਾਂਗ ਹੈ। ਇਸ ਦਾ ਇੱਕ ਬਹੁਤ ਮਹੱਤਵਪੂਰਨ ਕਾਰਜ ਗਲਤ ਸੁਝਾਵਾਂ ਤੋਂ ਤੁਹਾਡੇ ਅਵਚੇਤਨ ਮਨ ਦੀ ਰੱਖਿਆ ਕਰਨਾ ਹੈ। ਇਹ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਇਹ ਮਸਤਿਸ਼ਕ ਦੇ ਇੱਕ ਬੁਨਿਆਦੀ ਅਸੂਲ ਉੱਤੇ ਆਧਾਰਿਤ ਹੈ। ਤੁਹਾਡਾ ਅਵਚੇਤਨ ਮਨ ਸੁਝਾਅ ਦੇ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੈ। ਜਿਵੇਂ ਤੁਸੀਂ ਜਾਣਦੇ ਹੋ, ਤੁਹਾਡਾ ਅਵਚੇਤਨ ਮਨ ਤੁਲਨਾ ਜਾਂ ਵਿਰੋਧ ਨਹੀਂ ਕਰ ਸਕਦਾ। ਇਹ ਤਰਕ ਵਿਤਰਕ ਨਹੀਂ ਕਰ ਸਕਦਾ ਅਤੇ ਆਪਣੇ ਆਪ ਕੁਝ ਸੋਚ ਵੀ ਨਹੀਂ ਸਕਦਾ। ਇਹ ਸਾਰੇ ਕਾਰਜ ਚੇਤਨ ਮਨ ਦੇ ਹਨ।
ਅਵਚੇਤਨ ਮਨ ਤਾਂ ਬਸ ਚੇਤਨ ਮਨ ਰਾਹੀਂ ਇਸ ਉੱਤੇ ਛੱਡੀ ਗਈ ਛਾਪਾਂ ਉੱਤੇ ਪ੍ਰਤੀਕਿਰਿਆ ਕਰਦਾ ਹੈ। ਇਹ ਕਾਰਜ ਦੀ ਵੱਖਰੀ ਵੱਖਰੀ ਦਿਸ਼ਾਵਾਂ ਵਿੱਚੋਂ ਕਿਸੇ ਇੱਕ ਨੂੰ ਨਹੀਂ ਚੁਣ ਸਕਦਾ। ਇਸ ਨੂੰ ਜੋ ਕੁਝ ਦਿੱਤਾ ਜਾਂਦਾ ਹੈ ਇਹ ਉਸੇ ਨੂੰ ਲੈ ਲੈਂਦਾ ਹੈ। ਸੁਝਾਅ ਵਿੱਚ ਬੜੀ ਸ਼ਕਤੀ ਹੁੰਦੀ ਹੈ। ਕਲਪਨਾ ਕਰੋ ਕਿ ਤੁਸੀਂ ਕਿਸੇ ਇਹੋ ਜਿਹੇ ਜਹਾਜ਼ ਉੱਤੇ ਹੋ ਜਿਹੜਾ ਥੋੜ੍ਹਾ ਹਿੱਲ ਰਿਹਾ ਹੈ। ਤੁਸੀਂ ਇੱਕ ਭੈ ਭੀਤ ਸਹਿਯਾਤਰੀ ਕੋਲ ਜਾ ਕੇ ਕਹਿੰਦੇ ਹੋ, ਤੁਹਾਡੀ ਹਾਲਤ ਚੰਗੀ ਨਹੀਂ ਦਿਖ ਰਹੀ ਹੈ, ਤੁਹਾਡਾ ਚਿਹਰਾ ਬਿਲਕੁਲ ਹਰਾ ਲੱਗ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਮੁੰਦਰੀ ਯਾਤਰਾ ਵਿੱਚ ਹੋਣ ਵਾਲੀ ਮਤਲੀ ਹੋ ਸਕਦੀ ਹੈ। ਕਿ ਮੈਂ ਤੁਹਾਨੂੰ ਕੈਬਨ ਤਾਈਂ ਪਹੁੰਚਾ ਦਿਆਂ? ਯਾਤਰੀ ਦਾ ਚਿਹਰਾ ਪੀਲਾ ਪੈ ਜਾਂਦਾ ਹੈ। ਤੁਸੀਂ ਮਤਲੀ ਬਾਰੇ ਜਿਹੜਾ ਸੁਝਾਅ ਹੁਣੇ ਦਿੱਤਾ ਹੈ ਉਹ ਉਸਦੇ ਆਪਣੇ ਡਰ ਅਤੇ ਸ਼ੰਕਾਵਾਂ ਨਾਲ ਮੇਲ ਖਾਂਦਾ ਹੈ। ਉਹ ਤੁਹਾਡੀ ਸਹਾਇਤਾ ਲੈ ਕੇ ਡੈਕ ਤੋਂ ਥੱਲੇ ਆਪਣੇ ਕੈਬਨ ਤੱਕ ਪਹੁੰਚ ਜਾਂਦੀ ਹੈ। ਉੱਥੇ ਪਹੁੰਚਣ 'ਤੇ ਤੁਹਾਡਾ ਨਕਾਰਾਤਮਕ ਸੁਝਾਅ, ਜਿਸ ਨੂੰ ਉਸਨੇ ਸੱਚ ਮੰਨ ਲਿਆ ਸੀ, ਸੱਚ ਹੋ ਜਾਂਦਾ ਹੈ। ਉਸੇ ਸੁਝਾਅ ਉੱਤੇ ਭਿੰਨ ਪ੍ਰਤੀਕਿਰਿਆ। ਇਹ ਸਮਝਾਉਣਾ ਬੜਾ ਜ਼ਰੂਰੀ ਹੈ ਕਿ ਇੱਕੋ ਹੀ ਸੁਝਾਅ ਉੱਤੇ ਵੱਖਰੇ ਵੱਖਰੇ ਲੋਕ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕਿਰਿਆ ਕਰਨਗੇ। ਇੰਜ ਇਸ ਲਈ ਹੈ ਕਿਉਂਕਿ ਉਹਨਾਂ ਦੇ ਵਿਸ਼ਵਾਸ ਜਾਂ ਅਵਚੇਤਨ ਦੀ ਕੰਡੀਸ਼ਨਿੰਗ ਅੱਡਰੀ ਹੁੰਦੀ ਹੈ। ਮੰਨ ਲਓ ਸਹਿਯਾਤਰੀ ਦੀ ਬਜਾਏ ਤੁਸੀਂ ਕਿਸੇ ਜਹਾਜ਼ੀ ਕੋਲ ਜਾ ਕੇ ਕਹਿੰਦੇ ਹੋ, ਹੈਲੋ, ਤੁਹਾਡੀ ਹਾਲਤ ਠੀਕ ਨਹੀਂ ਲੱਗ ਰਹੀ, ਕਿਤੇ ਤੁਹਾਨੂੰ ਸਮੁੰਦਰੀ ਯਾਤਰਾ ਦੇ ਕਾਰਨ ਮਤਲੀ ਤਾਂ ਨਹੀਂ ਆਉਣ ਵਾਲੀ ਹੈ। ਇਹ ਜਹਾਜ਼ੀ ਦੇ ਮਿਜਾਜ ਉੱਤੇ ਨਿਰਭਰ ਕਰਦਾ ਹੈ ਕਿ ਉਹ ਤੁਹਾਡੇ ਲੱਚਰ ਮਜ਼ਾਕ ਉੱਤੇ ਹੱਸੇ ਜਾਂ ਤੁਹਾਨੂੰ ਉੱਥੋਂ ਦਫਾ ਹੋਣ ਲਈ ਕਹਿ ਦੇਵੇ। ਤੁਹਾਡੇ ਸੁਝਾਅ ਦਾ ਉਸ ਉੱਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਉਸ ਦੇ ਮਨ ਵਿੱਚ ਇਹ ਵਿਸ਼ਵਾਸ ਹੈ ਕਿ ਸਮੁੰਦਰੀ ਯਾਤਰਾ ਵਿੱਚ ਉਸ ਨੂੰ ਕਦੀ ਮਤਲੀ ਨਹੀਂ ਹੋ ਸਕਦੀ। ਇਸ ਕਾਰਨ ਉਸ ਨੂੰ ਜਰਾ ਵੀ ਡਰ ਜਾਂ ਚਿੰਤਾ ਮਹਿਸੂਸ ਨਹੀਂ ਹੋਵੇਗੀ, ਉਲਟਾ ਆਤਮ ਵਿਸ਼ਵਾਸ ਸਾਹਮਣੇ ਆਵੇਗਾ। ਡਿਕਸ਼ਨਰੀ ਤੁਹਾਨੂੰ ਦੱਸੇਗੀ ਕਿ ਸੁਜੈਸ਼ਨ ਕਿਸੇ ਚੀਜ਼ ਨੂੰ ਕਿਸੇ ਦੇ ਮਸਤਿਸ਼ਕ ਦੇ ਵਿੱਚ ਪਾਉਣ ਦਾ ਕੰਮ ਹੈ। ਇਹ ਉਹ ਮਾਨਸਿਕ ਪ੍ਰਕਿਰਿਆ ਹੈ ਜਿਸ ਤੋਂ ਸੁਝਾਇਆ ਗਿਆ ਵਿਚਾਰ ਸਵੀਕਾਰ ਕੀਤਾ ਜਾਂਦਾ ਹੈ ਜਾਂ ਕਾਰਜ ਰੂਪ ਵਿੱਚ ਢਾਲਿਆ ਜਾਂਦਾ ਹੈ। ਯਾਦ ਰਵੇ, ਕੋਈ ਵੀ ਸੁਝਾਅ ਚੇਤਨ ਮਨ ਦੀ ਇੱਛਾ ਤੋਂ ਬਿਨਾਂ ਅਵਚੇਤਨ ਮਨ ਉੱਤੇ ਛਾਪ ਨਹੀਂ ਛੱਡਦਾ। ਤੁਹਾਡੇ ਚੇਤਨ ਮਨ ਵਿੱਚ ਉਸ ਸੁਝਾਅ ਨੂੰ ਅਸਵੀਕਾਰ ਕਰਨ ਦੀ ਸ਼ਕਤੀ ਹੁੰਦੀ ਹੈ। ਜਹਾਜ਼ੀ ਨੂੰ ਸਮੁੰਦਰੀ ਯਾਤਰਾ ਦੇ ਕਾਰਨ ਮਤਲੀ ਹੋਣ ਦਾ ਕੋਈ ਡਰ ਨਹੀਂ ਸੀ। ਉਸ ਨੂੰ ਪੂਰਾ ਭਰੋਸਾ ਸੀ ਕਿ ਉਹ ਇਸ ਤੋਂ ਸੁਰੱਖਿਅਤ ਹੈ। ਇਸ ਲਈ ਨਕਾਰਾਤਮਕ ਸੁਝਾਅ ਵਿੱਚ ਉਸ ਨੂੰ ਡਰਾਉਣ ਦੀ ਸ਼ਕਤੀ ਨਹੀਂ ਸੀ। ਲੇਕਿਨ ਤੁਹਾਡਾ ਸਹਿਯਾਤਰੀ ਪਹਿਲਾਂ ਤੋਂ ਹੀ ਬਿਮਾਰ ਹੋਣ ਬਾਰੇ ਫਿਕਰਮੰਦ ਸੀ, ਇਸ ਲਈ ਤੁਹਾਡੇ ਸੁਝਾਅ ਦੇ ਅਨੁਰੂਪ ਹਾਲਾਤ ਬਣ ਗਏ। ਸਾਡੇ ਸਾਰਿਆਂ ਦੇ ਆਪਣੇ ਅੰਦਰੂਨੀ ਡਰ, ਵਿਸ਼ਵਾਸ, ਮਾਨਤਾਵਾਂ ਹੁੰਦੀਆਂ ਹਨ। ਇਹ ਅੰਦਰੂਨੀ ਮਾਨਤਾਵਾਂ ਸਾਡੇ ਜੀਵਨ ਨੂੰ ਨਿਯੰਤਰਿਤ ਕਰਦੀਆਂ ਹਨ। ਸੁਝਾਅ ਵਿੱਚ ਆਪਣੇ ਆਪ ਦੀ ਕੋਈ ਸ਼ਕਤੀ ਨਹੀਂ ਹੁੰਦੀ। ਇਸ ਦੀ ਸ਼ਕਤੀ ਤਾਂ ਇਸ ਗੱਲ ਨਾਲ ਉਤਪੰਨ ਹੁੰਦੀ ਹੈ ਕਿ ਤੁਸੀਂ ਇਸ ਨੂੰ ਮਾਨਸਿਕ ਤੌਰ 'ਤੇ ਸਵੀਕਾਰ ਕਰ ਲੈਂਦੇ ਹੋ। ਸਿਰਫ ਤਦੋਂ ਹੀ ਤੁਹਾਡੀ ਅਵਚੇਤਨ ਸ਼ਕਤੀਆਂ ਸੁਝਾਅ ਦੀ ਪ੍ਰਕਿਰਤੀ ਦੇ ਅਨੁਰੂਪ ਕੰਮ ਕਰਦੀਆਂ ਹਨ। ਉਸ ਨੇ ਆਪਣਾ ਹੱਥ ਕਿਵੇਂ ਗੁਆਇਆ? ਕਈ ਸਾਲਾਂ ਤੋਂ ਮੈਂ ਕੈਕਸਟਨ ਹਾਲ ਵਿੱਚ ਲੰਡਨ ਤੁਰਥ ਫੋਰਸ ਵਿੱਚ ਨਿਯਮਤ ਤੌਰ 'ਤੇ ਭਾਸ਼ਣ ਦੇ ਰਿਹਾ ਹਾਂ। ਇਸ ਨੂੰ ਮੈਂ ਕੁਝ ਸਾਲ ਪਹਿਲਾਂ ਸਥਾਪਿਤ ਕੀਤਾ ਸੀ। ਇਸ ਦੀ ਨਿਰਦੇਸ਼ਕ ਡਾਕਟਰ ਈਵਲਿਨ ਫਲੀਟ ਨੇ ਮੈਨੂੰ ਇੱਕ ਆਦਮੀ ਬਾਰੇ ਦੱਸਿਆ ਜਿਸ ਦੀ ਨਿੱਕੀ ਧੀ ਨੂੰ ਜੂਮੇਟਾਇਡ ਆਰਥਰਾਇਟਸ ਅਤੇ ਦਰਦਨਾਕ ਚਮੜੀ ਰੋਗ ਸੀ। ਕਈ ਥਾਂ ਇਲਾਜ ਹੋਇਆ, ਲੇਕਿਨ ਡਾਕਟਰਾਂ ਦੀ ਤਮਾਮ ਕੋਸ਼ਿਸ਼ਾਂ ਦੇ ਬਾਅਦ ਵੀ ਕੋਈ ਫਾਇਦਾ ਨਹੀਂ ਹੋਇਆ। ਉਹ ਆਦਮੀ ਨਿਰਾਸ਼ ਹੋ ਗਿਆ। ਉਹ ਆਪਣੇ ਆਪ ਨੂੰ ਅਤੇ ਆਪਣੇ ਦੋਸਤਾਂ ਨੂੰ ਵਾਰ-ਵਾਰ ਕਹਿੰਦਾ ਸੀ, ਆਪਣੀ ਧੀ ਨੂੰ ਭਲੀ ਚੰਗੀ ਦੇਖਣ ਲਈ ਮੈਂ ਆਪਣਾ ਸੱਜਾ ਹੱਥ ਦੇਣ ਨੂੰ ਵੀ ਤਿਆਰ ਹਾਂ। ਡਾਕਟਰ ਫਲੀਟ ਦੇ ਮੁਤਾਬਕ ਇੱਕ ਦਿਨ ਉਹ ਪਰਿਵਾਰ ਸੈਰ ਸਪਾਟੇ 'ਤੇ ਗਿਆ। ਉਹਨਾਂ ਦੀ ਕਾਰ ਐਕਸੀਡੈਂਟ ਹੋ ਗਿਆ ਜਿਸ ਵਿੱਚ ਉਸ ਦੇ ਪਿਤਾ ਦਾ ਸੱਜਾ ਹੱਥ ਮੋਢੇ ਤੋਂ ਜੁਦਾ ਹੋ ਗਿਆ। ਹਸਪਤਾਲ ਤੋਂ ਘਰ ਮੁੜਨ 'ਤੇ ਉਹਨਾਂ ਪਾਇਆ ਕਿ ਉਸ ਦੀ ਧੀ ਦਾ ਆਰਥਰਾਇਟਸ ਅਤੇ ਚਮੜੀ ਰੋਗ ਬਿਲਕੁਲ ਠੀਕ ਹੋ ਚੁੱਕੇ ਸਨ। ਤੁਹਾਨੂੰ ਬਹੁਤ ਚੁਸਤ ਰਹਿਣਾ ਹੋਵੇਗਾ ਕਿ ਤੁਸੀਂ ਅਵਚੇਤਨ ਮਨ ਨੂੰ ਸਿਰਫ ਉਹੀ ਸੁਝਾਅ ਦਿਓ ਜਿਹੜੇ ਸਹੀ ਤਰੀਕੇ ਨਾਲ ਉਪਚਾਰ ਕਰਨ, ਅਸੀਸ ਦੇਣ, ਉੱਤੇ ਚੁੱਕਣ ਅਤੇ ਪ੍ਰੇਰਿਤ ਕਰਨ। ਯਾਦ ਰਵੇ, ਤੁਹਾਡਾ ਅਵਚੇਤਨ ਮਨ ਮਜ਼ਾਕ ਨਹੀਂ ਸਮਝਦਾ, ਇਹ ਤਾਂ ਹੁਕਮ ਦੀ ਅੱਖਰੀ ਪਾਲਣਾ ਕਰਦਾ ਹੈ।
ਆਤਮ ਸੁਝਾਅ ਨੇ ਡਰ ਨੂੰ ਕਿਵੇਂ ਕੱਢਿਆ। ਆਤਮ ਸੁਝਾਅ ਤੋਂ ਭਾਵ ਹੈ ਆਪਣੇ ਆਪ ਨੂੰ ਕਿਸੇ ਨਿਸ਼ਚਿੰਤ ਤੇ ਉਚੇਰੀ ਗੱਲ ਦਾ ਸੁਝਾਅ ਦੇਣਾ। ਹਰ ਸਾਧਨ ਵਾਂਗ ਇਸ ਦੇ ਗਲਤ ਪ੍ਰਯੋਗ ਕਾਰਨ ਨੁਕਸਾਨ ਹੋ ਸਕਦਾ ਹੈ, ਲੇਕਿਨ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਤੇ ਇਹ ਬੜਾ ਉਪਯੋਗੀ ਬਣ ਸਕਦਾ ਹੈ। ਜੈਨਟ ਆਰ ਇੱਕ ਪ੍ਰਤਿਭਾਵਾਨ ਯੁਵਾ ਗਾਇਕ ਸੀ। ਉਸ ਨੂੰ ਓਪੇਰਾ ਪ੍ਰੋਡਕਸ਼ਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਦੇ ਆਡੀਸ਼ਨ ਲਈ ਜਾਣਾ ਸੀ। ਉਹ ਆਡੀਸ਼ਨ ਲਈ ਵਿਆਕੁਲ ਤਾਂ ਸੀ, ਪਰ ਡਰੀ ਹੋਈ ਵੀ ਸੀ। ਪਹਿਲਾਂ ਵੀ 3 ਵਾਰੀ ਉਸਨੇ ਨਿਰਦੇਸ਼ਕਾਂ ਦੇ ਸਾਹਮਣੇ ਆਡੀਸ਼ਨ ਦਿੱਤਾ ਸੀ, ਲੇਕਿਨ ਉਹ ਬੁਰੀ ਤਰ੍ਹਾਂ ਅਸਫਲ ਹੋ ਗਈ ਸੀ। ਕਾਰਨ ਅਸਫਲ ਹੋਣ ਦਾ ਡਰ ਸੀ। ਉਸ ਦੀ ਆਵਾਜ਼ ਚੰਗੀ ਸੀ, ਲੇਕਿਨ ਉਹ ਆਪਣੇ ਆਪ ਨੂੰ ਕਹਿੰਦੀ ਰਹਿੰਦੀ ਸੀ, ਜਦ ਗਾਉਣ ਦਾ ਵੇਲਾ ਆਵੇਗਾ ਤਾਂ ਮੈਂ ਮਾੜਾ ਗਾਵਾਂਗੀ, ਮੈਨੂੰ ਉਹ ਭੂਮਿਕਾ ਕਦੇ ਨਹੀਂ ਮਿਲੇਗੀ, ਉਹ ਮੈਨੂੰ ਪਸੰਦ ਨਹੀਂ ਕਰਨਗੇ, ਉਹ ਸੋਚਣਗੇ ਕਿ ਮੈਂ ਕੋਸ਼ਿਸ਼ ਕਰਨ ਦੀ ਹਿੰਮਤ ਵੀ ਕਿਸ ਤਰ੍ਹਾਂ ਕੀਤੀ। ਮੈਂ ਆਡੀਸ਼ਨ ਦੇਣ ਤਾਂ ਜਾਵਾਂਗੀ, ਲੇਕਿਨ ਮੈਂ ਜਾਣਦੀ ਹਾਂ ਕਿ ਮੈਂ ਅਸਫਲ ਹੋ ਜਾਵਾਂਗੀ। ਉਸ ਦੇ ਅਵਚੇਤਨ ਮਨ ਨੇ ਇਹ ਨਕਾਰਾਤਮਕ ਆਤਮ ਸੁਝਾਵਾਂ ਨੂੰ ਸਵੀਕਾਰ ਕਰ ਲਿਆ। ਇਹ ਉਹਨਾਂ ਨੂੰ ਸੱਚ ਸਾਬਤ ਕਰਨ ਵਿੱਚ ਜੁਟ ਗਿਆ ਅਤੇ ਉਹਨਾਂ ਨੂੰ ਹਾਲਾਤ ਵਿੱਚ ਤਬਦੀਲ ਕਰ ਦਿੱਤਾ। ਕਾਰਨ ਮਨਚਾਹਾ ਆਤਮ ਸੁਝਾਅ ਸੀ। ਉਸ ਦਾ ਡਰ ਹਕੀਕਤ ਵਿੱਚ ਬਦਲ ਗਿਆ ਅਤੇ ਉਸ ਦੇ ਵਿਚਾਰ ਸੱਚ ਹੋ ਗਏ। ਇਹ ਮੁਟਿਆਰ ਆਖਰਕਾਰ ਆਪਣੇ ਨਕਾਰਾਤਮਕ ਆਤਮ ਸੁਝਾਵਾਂ ਤੋਂ ਉੱਭਰਨ ਵਿੱਚ ਸਫਲ ਹੋਈ। ਉਸ ਨੇ ਸਕਾਰਾਤਮਕ ਆਤਮ ਸੁਝਾਵਾਂ ਦੇ ਰਾਹੀਂ ਉਹਨਾਂ ਦਾ ਵਿਰੋਧ ਕਰਕੇ ਇਹ ਕੰਮ ਕੀਤਾ। ਰੋਜ਼ਾਨਾ ਦਿਨ ਵਿੱਚ 3 ਵਾਰੀ ਉਹ ਇੱਕ ਸ਼ਾਂਤ ਕਮਰੇ ਵਿੱਚ ਇਕੱਲੀ ਜਾਂਦੀ ਸੀ। ਉਹ ਇੱਕ ਕੁਰਸੀ 'ਤੇ ਆਰਾਮ ਨਾਲ ਬੈਠ ਜਾਂਦੀ, ਆਪਣੇ ਸਰੀਰ ਨੂੰ ਢਿੱਲਿਆਂ ਛੱਡ ਕੇ ਅੱਖਾਂ ਮੀਟ ਲੈਂਦੀ। ਉਹ ਆਪਣੇ ਮਸਤਿਸ਼ਕ ਦੇ ਸਰੀਰ ਨੂੰ ਜਿੱਥੋਂ ਤਾਈਂ ਹੋ ਸਕੇ ਸਥਿਰ ਕਰ ਲੈਂਦੀ ਸੀ। ਸਰੀਰਕ ਸ਼ਿਥਲਤਾ ਅਤੇ ਮਾਨਸਿਕ ਨਿਸ਼ਕ੍ਰਿਅਤਾ ਨੂੰ ਪ੍ਰੇਰਿਤ ਕਰਦੀ ਹੈ ਅਤੇ ਮਸਤਿਸ਼ਕ ਨੂੰ ਸੁਝਾਅ ਦੇ ਪ੍ਰਤੀ ਹੋਰ ਗ੍ਰਹਿਣਸ਼ੀਲ ਬਣਾ ਦਿੰਦੀ ਹੈ। ਡਰ ਦੇ ਸੁਝਾਅ ਦਾ ਪ੍ਰਤੀਕਾਰ ਕਰਨ ਲਈ ਉਹ ਆਪਣੇ ਆਪ ਨੂੰ ਵਾਰ-ਵਾਰ ਕਹਿੰਦੀ, ਮੈਂ ਬੜਾ ਚੰਗਾ ਗਾਉਂਦੀ ਹਾਂ, ਮੈਂ ਸ਼ਾਂਤ, ਸੰਤੁਲਿਤ, ਆਤਮ ਵਿਸ਼ਵਾਸੀ ਹਾਂ। ਹਰ ਵਾਰ ਉਹ ਇਸ ਕਥਨ ਨੂੰ ਹੌਲੀ-ਹੌਲੀ ਸ਼ਾਂਤੀ ਅਤੇ ਭਾਵਨਾ ਨਾਲ 5 ਤੋਂ 10 ਵਾਰੀ ਦੁਹਰਾਉਂਦੀ ਸੀ। ਉਹ ਦਿਨ ਵਿੱਚ 3 ਵਾਰੀ ਇਹ ਕੰਮ ਕਰਦੀ ਸੀ ਅਤੇ 1 ਵਾਰੀ ਰਾਤ ਨੂੰ ਠੀਕ ਸੌਣ ਤੋਂ ਪਹਿਲਾਂ। 1 ਹਫ਼ਤੇ ਬਾਅਦ ਉਹ ਬੜੀ ਸ਼ਾਂਤ ਅਤੇ ਆਤਮ ਵਿਸ਼ਵਾਸੀ ਹੋ ਗਈ। ਜਦ ਨਤੀਜੇ ਦਾ ਦਿਨ ਆਇਆ ਤਾਂ ਉਸਨੇ ਬਹੁਤ ਵਧੀਆ ਆਡੀਸ਼ਨ ਦਿੱਤਾ ਅਤੇ ਉਸ ਨੂੰ ਉਹ ਭੂਮਿਕਾ ਮਿਲ ਗਈ। ਉਸ ਦੀ ਯਾਦ ਕਿਵੇਂ ਮੁੜੀ। 75 ਸਾਲ ਦੀ ਇੱਕ ਔਰਤ ਨੂੰ ਹਮੇਸ਼ਾ ਤੋਂ ਆਪਣੀ ਯਾਦਦਾਸ਼ਤ ਉੱਤੇ ਮਾਣ ਸੀ। ਹਾਲਾਂਕਿ ਬਾਕੀ ਸਾਰਿਆਂ ਦੀ ਤਰ੍ਹਾਂ ਉਹ ਵੀ ਕਦੇ-ਕਦਾਈਂ ਚੀਜ਼ਾਂ ਭੁੱਲ ਜਾਂਦੀ ਸੀ, ਲੇਕਿਨ ਉਹ ਇਸ ਗੱਲ ਵੱਲ ਧਿਆਨ ਨਹੀਂ ਸੀ ਦਿੰਦੀ। ਬਹਰਹਾਲ ਜਦ ਉਸ ਦੀ ਉਮਰ ਹੋਰ ਵਧੀ ਤਾਂ ਉਹ ਭੁੱਲਣ ਦੇ ਮੌਕਿਆਂ ਵੱਲ ਧਿਆਨ ਦੇਣ ਲੱਗ ਪਈ ਅਤੇ ਉਹਨਾਂ ਬਾਰੇ ਫਿਕਰਮੰਦ ਹੋਣ ਲੱਗ ਪਈ। ਜਦ ਵੀ ਉਹ ਕੋਈ ਚੀਜ਼ ਭੁੱਲ ਜਾਂਦੀ ਤਾਂ ਹਰ ਵਾਰੀ ਆਪਣੇ ਆਪ ਨੂੰ ਕਹਿੰਦੀ, ਬੁਢੇਪੇ ਕਾਰਨ ਮੇਰੀ ਯਾਦਦਾਸ਼ਤ ਕਮਜ਼ੋਰ ਹੋਈ ਜਾ ਰਹੀ ਹੈ। ਇਸ ਨਕਾਰਾਤਮਕ ਆਤਮ ਸੁਝਾਅ ਕਾਰਨ ਉਹ ਹੋਰ ਜ਼ਿਆਦਾ ਨਾਂ ਅਤੇ ਘਟਨਾਵਾਂ ਨੂੰ ਭੁੱਲਣ ਲੱਗੀ। ਉਹ ਬੇਚੈਨ ਹੋ ਗਈ। ਸੁਭਾਗ ਨਾਲ ਉਸ ਨੂੰ ਇਹ ਅਹਿਸਾਸ ਹੋ ਗਿਆ ਕਿ ਉਹ ਆਪਣੇ ਆਪ ਨੂੰ ਕਿਵੇਂ ਨੁਕਸਾਨ ਪਹੁੰਚਾ ਰਹੀ ਹੈ। ਉਸ ਨੇ ਇਸ ਪ੍ਰਕਿਰਿਆ ਨੂੰ ਉਲਟਾਉਣ ਦਾ ਨਿਸ਼ਚਾ ਕੀਤਾ। ਜਦ ਵੀ ਉਹ ਸੋਚਣ ਲੱਗਦੀ, ਮੇਰੀ ਯਾਦਦਾਸ਼ਤ ਕਮਜ਼ੋਰ ਹੁੰਦੀ ਜਾ ਰਹੀ ਹੈ, ਤਾਂ ਉਹ ਰੁਕ ਜਾਂਦੀ। ਇਹੀ ਨਹੀਂ, ਉਹ ਜਾਣ ਬੁੱਝ ਕੇ ਇਸ ਪ੍ਰਕਿਰਿਆ ਨੂੰ ਉਲਟਾ ਦਿੰਦੀ ਸੀ। ਦਿਨ ਵਿੱਚ ਕਈ ਵਾਰੀ ਉਹ ਸਕਾਰਾਤਮਕ ਆਤਮ ਸੁਝਾਅ ਦਾ ਅਭਿਆਸ ਕਰਦੀ ਸੀ। ਉਹ ਆਪਣੇ ਆਪ ਨੂੰ ਕਹਿੰਦੀ, ਅੱਜ ਤੋਂ ਮੇਰੀ ਯਾਦਦਾਸ਼ਤ ਹਰ ਤਰ੍ਹਾਂ ਨਾਲ ਸੁਧਰ ਰਹੀ ਹੈ। ਮੈਨੂੰ ਜੋ ਕੁਝ ਵੀ ਯਾਦ ਰੱਖਣਾ ਚਾਹੀਦਾ ਹੈ, ਉਹ ਮੈਨੂੰ ਹਰ ਪਲ, ਹਰ ਥਾਂ ਹਮੇਸ਼ਾ ਯਾਦ ਰਹੇਗਾ। ਮੈਨੂੰ ਘਟਨਾਵਾਂ ਸਪਸ਼ਟ ਤੌਰ 'ਤੇ ਯਾਦ ਰਹਿਣਗੀਆਂ। ਮੈਂ ਜੋ ਕੁਝ ਵੀ ਯਾਦ ਕਰਨਾ ਚਾਹਾਂਗੀ, ਉਹ ਮੈਨੂੰ ਇੱਕਦਮ ਯਾਦ ਹੋ ਜਾਏਗਾ। ਮੇਰੇ ਵਿੱਚ ਹਰ ਦਿਨ ਬੜੀ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਬਹੁਤ ਛੇਤੀ ਹੀ ਮੇਰੀ ਯਾਦਦਾਸ਼ਤ ਪਹਿਲਾਂ ਵਾਂਗ ਬੜੀ ਚੰਗੀ ਹੋ ਜਾਵੇਗੀ। 3 ਹਫ਼ਤਿਆਂ ਬਾਅਦ ਉਸ ਦੀ ਯਾਦਦਾਸ਼ਤ ਪਹਿਲਾਂ ਵਾਂਗ ਹੋ ਗਈ। ਉਸ ਨੇ ਬੁਰੇ ਸੁਭਾਅ ਉੱਤੇ ਕਿਵੇਂ ਕਾਬੂ ਪਾਇਆ। ਇੱਕ ਵਿਅਕਤੀ ਮੇਰੇ ਕੋਲ ਮਸ਼ਵਰੇ ਲਈ ਆਇਆ। ਉਸ ਦਾ ਵਿਆਹੁਤਾ ਜੀਵਨ ਅਤੇ ਕੈਰੀਅਰ ਦੋਵੇਂ ਹੀ ਗੰਭੀਰ ਸੰਕਟ ਵਿੱਚ ਸਨ। ਹਿਊਡੀ ਦੀ ਸਮੱਸਿਆ ਇਹ ਸੀ ਕਿ ਉਹ ਬਹੁਤ ਚਿੜਚਿੜਾ ਅਤੇ ਗੁਸੈਲ ਸੀ। ਉਹ ਇਸ ਬਾਰੇ ਆਪ ਵੀ ਬੜਾ ਚਿੰਤਤ ਸੀ, ਲੇਕਿਨ ਜੇਕਰ ਕੋਈ ਦੂਜਾ ਇਸ ਬਾਰੇ
ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਅੱਗ ਲੱਗ ਜਾਂਦੀ ਸੀ। ਉਹ ਆਪਣੇ ਆਪ ਨੂੰ ਵਾਰ-ਵਾਰ ਕਹਿੰਦਾ ਸੀ ਕਿ ਸਾਰੇ ਲੋਕ ਉਸ ਨੂੰ ਤੰਗ ਕਰ ਰਹੇ ਹਨ ਅਤੇ ਉਸ ਨੂੰ ਇਹਨਾਂ ਤੋਂ ਆਪਣੀ ਰੱਖਿਆ ਕਰਨੀ ਹੈ। ਇਸ ਨਕਾਰਾਤਮਕ ਆਤਮ ਸੁਝਾਅ ਨੂੰ ਦੂਰ ਕਰਨ ਲਈ ਮੈਂ ਉਸ ਨੂੰ ਸਕਾਰਾਤਮਕ ਆਤਮ ਸੁਝਾਅ ਦਾ ਪ੍ਰਯੋਗ ਕਰਨ ਦੀ ਸਲਾਹ ਦਿੱਤੀ। ਦਿਨ ਵਿੱਚ ਕਈ ਵਾਰ ਸਵੇਰੇ, ਦੁਪਹਿਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਨੂੰ ਆਪਣੇ ਆਪ ਨੂੰ ਵਾਰ-ਵਾਰ ਕਹਿਣਾ ਸੀ, ਅੱਗੇ ਤੋਂ ਮੈਂ ਜ਼ਿਆਦਾ ਚੰਗੇ ਸੁਭਾਅ ਦਾ ਬਣਾਂਗਾ। ਹੁਣ ਮੇਰੀ ਆਮ ਮਨੋਦਸ਼ਾ ਖੁਸ਼ੀ, ਸੁੱਖ ਅਤੇ ਖੁਸ਼ਮਿਜਾਜੀ ਦੀ ਹੋ ਰਹੀ ਹੈ। ਹਰ ਦਿਨ ਮੈਂ ਜ਼ਿਆਦਾ ਪਿਆਰ ਕਰਨ ਦੇ ਕਾਬਲ ਤੇ ਸਮਝਦਾਰ ਬਣ ਰਿਹਾ ਹਾਂ। ਮੈਂ ਆਪਣੇ ਆਸੇ-ਪਾਸੇ ਦੇ ਸਾਰੇ ਲੋਕਾਂ ਲਈ ਆਨੰਦ ਤੇ ਸਦਭਾਵਨਾ ਦਾ ਕੇਂਦਰ ਰਹਾਂਗਾ ਅਤੇ ਆਪਣੇ ਚੰਗੇ ਵਿਵਹਾਰ ਨਾਲ ਉਹਨਾਂ ਨੂੰ ਖੁਸ਼ ਕਰ ਦਿਆਂਗਾ। ਇਹ ਸੁਖਦ, ਖੁਸ਼ਨੁਮਾ ਸੁਭਾਅ ਹੁਣ ਮੇਰੀ ਆਮ ਸਹਿਜ ਮਾਨਸਿਕ ਸਥਿਤੀ ਬਣ ਰਹੀ ਹੈ। ਮੈਂ ਅਹਿਸਾਨਮੰਦ ਹਾਂ। 1 ਮਹੀਨੇ ਬਾਅਦ ਉਸ ਦੀ ਪਤਨੀ ਅਤੇ ਸਹਿਕਰਮੀ ਕਹਿਣ ਲੱਗ ਪਏ ਕਿ ਹੁਣ ਉਸ ਦੇ ਨਾਲ ਰਹਿਣਾ ਬੜਾ ਚੰਗਾ ਹੋ ਗਿਆ ਹੈ। ਓਪਰੇ ਸੁਝਾਅ ਉੱਤੇ ਕੁਝ ਟਿੱਪਣੀਆਂ। ਬਾਹਰੀ ਸੁਝਾਅ ਦਾ ਮਤਲਬ ਹੈ ਕਿ ਕਿਸੇ ਦੂਜੇ ਵਿਅਕਤੀ ਦੇ ਸੁਝਾਅ। ਸਾਰੇ ਯੁੱਗਾਂ ਅਤੇ ਦੁਨੀਆ ਦੇ ਹਰ ਹਿੱਸੇ ਵਿੱਚ ਸੁਝਾਅ ਦੀ ਸ਼ਕਤੀ ਨੇ ਮਾਨਵ ਜਾਤੀ ਦੇ ਜੀਵਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਰਾਜਨੀਤਿਕ ਮਾਨਤਾਵਾਂ, ਧਾਰਮਿਕ ਅਸਥਾਨਾਂ ਅਤੇ ਸੰਸਕ੍ਰਿਤਕ ਪਰੰਪਰਾਵਾਂ ਬਾਹਰੀ ਸੁਝਾਅ ਦੀ ਸ਼ਕਤੀ ਦੀ ਬਦੌਲਤ ਹੀ ਫਲਦੀਆਂ ਫੁੱਲਦੀਆਂ ਅਤੇ ਕਾਇਮ ਰਹਿੰਦੀਆਂ ਹਨ। ਸੁਝਾਅ ਦਾ ਪ੍ਰਯੋਗ ਆਪਣੇ ਆਪ ਨੂੰ ਅਨੁਸ਼ਾਸਿਤ ਤੇ ਨਿਯੰਤਰਿਤ ਕਰਨ ਦੇ ਤੌਰ ਤੇ ਲਿਆ ਜਾ ਸਕਦਾ ਹੈ। ਇਸ ਦਾ ਪ੍ਰਯੋਗ ਦੂਜਿਆਂ ਤੇ ਕਾਬੂ ਕਰਨ ਲਈ ਵੀ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਮਸਤਿਸ਼ਕ ਦੇ ਨਿਯਮਾਂ ਦੀ ਸਮਝ ਨਹੀਂ ਹੈ। ਸਿਰਜਣਾਤਮਕ ਤੌਰ ਤੇ ਇਹ ਅਦਭੁਤ ਤੇ ਬਿਹਤਰੀਨ ਹੈ। ਨਕਾਰਾਤਮਕ ਤੌਰ ਤੇ ਮਸਤਿਸ਼ਕ ਦੀ ਪ੍ਰਤੀਕਿਰਿਆ ਦੇ ਸਾਰੇ ਪੈਮਾਨਿਆਂ ਵਿੱਚ ਸਭ ਤੋਂ ਜ਼ਿਆਦਾ ਵਿਨਾਸ਼ਕਾਰੀ ਹੈ। ਇਹਨਾਂ ਦੇ ਨਤੀਜੇ ਦੁੱਖ, ਅਸਫਲਤਾ, ਸੰਤਾਪ, ਬਿਮਾਰੀ ਅਤੇ ਤਬਾਹੀ ਹੋ ਸਕਦੇ ਹਨ। ਕੀ ਤੁਸੀਂ ਇਹਨਾਂ ਵਿੱਚੋਂ ਕਿਸੇ ਨੂੰ ਸਵੀਕਾਰ ਕੀਤਾ ਹੈ? ਪੈਦਾ ਹੋਣ ਤੋਂ ਬਾਅਦ ਸਾਡੇ ਉੱਤੇ ਨਕਾਰਾਤਮਕ ਸੁਝਾਵਾਂ ਦੀ ਬੰਬਾਰੀ ਹੋਣ ਲੱਗਦੀ ਹੈ ਕਿਉਂਕਿ ਅਸੀਂ ਇਹ ਨਹੀਂ ਜਾਣਦੇ ਕਿ ਉਹਨਾਂ ਦਾ ਵਿਰੋਧ ਕਿਵੇਂ ਕੀਤਾ ਜਾਵੇ। ਇਸ ਲਈ ਅਵਚੇਤਨ ਤੌਰ ਤੇ ਅਸੀਂ ਉਹਨਾਂ ਨੂੰ ਸਵੀਕਾਰ ਕਰ ਆਪਣੇ ਅਨੁਭਵਾਂ ਵਿੱਚ ਬਦਲ ਲੈਂਦੇ ਹਾਂ। ਨਕਾਰਾਤਮਕ ਸੁਝਾਵਾਂ ਦੇ ਕੁਝ ਉਦਾਹਰਣ ਹਨ। ਤੁਸੀਂ ਕੁਝ ਨਹੀਂ ਕਰ ਸਕਦੇ। ਤੁਸੀਂ ਕਦੇ ਕੁਝ ਨਹੀਂ ਬਣ ਸਕੋਗੇ। ਤੁਹਾਨੂੰ ਇੰਜ ਨਹੀਂ ਕਰਨਾ ਚਾਹੀਦਾ। ਤੁਸੀਂ ਅਸਫਲ ਹੋ ਜਾਵੋਗੇ। ਤੁਹਾਡੀ ਸਫਲਤਾ ਦੀ ਬਿਲਕੁਲ ਸੰਭਾਵਨਾ ਨਹੀਂ ਹੈ। ਤੁਸੀਂ ਬਿਲਕੁਲ ਗਲਤ ਹੋ। ਇਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਮਹੱਤਵਪੂਰਨ ਇਹ ਨਹੀਂ ਹੈ ਕਿ ਤੁਸੀਂ ਕੀ ਜਾਣਦੇ ਹੋ। ਮਹੱਤਵਪੂਰਨ ਤਾਂ ਇਹ ਹੈ ਕਿ ਤੁਸੀਂ ਕਿਸ ਨੂੰ ਜਾਣਦੇ ਹੋ। ਦੁਨੀਆ ਰਸਾਤਲ ਵੱਲ ਜਾ ਰਹੀ ਹੈ। ਕੀ ਫਾਇਦਾ? ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਇੰਨੀ ਜ਼ਿਆਦਾ ਕੋਸ਼ਿਸ਼ ਕਰਨ ਨਾਲ ਵੀ ਕੋਈ ਫਾਇਦਾ ਨਹੀਂ ਹੈ। ਤੁਹਾਡੀ ਉਮਰ ਹੁਣ ਜ਼ਿਆਦਾ ਹੋ ਚੁੱਕੀ ਹੈ। ਸਥਿਤੀਆਂ ਵਿਗੜਦੀਆਂ ਜਾ ਰਹੀਆਂ ਹਨ। ਜ਼ਿੰਦਗੀ ਮਸ਼ੀਨੀ ਚੱਕਰ ਬਣ ਕੇ ਰਹਿ ਗਈ ਹੈ। ਪ੍ਰੇਮ ਸਿਰਫ ਪੰਖੇਰੂਆਂ ਲਈ ਹੈ। ਤੁਸੀਂ ਕਦੇ ਜਿੱਤ ਨਹੀਂ ਸਕਦੇ। ਸਾਵਧਾਨ ਰਹੀ, ਤੁਹਾਨੂੰ ਭਿਅੰਕਰ ਬਿਮਾਰੀ ਹੋ ਸਕਦੀ ਹੈ। ਕੋਈ ਵੀ ਭਰੋਸੇ ਦੇ ਕਾਬਲ ਨਹੀਂ ਹੈ। ਇਸ ਤਰ੍ਹਾਂ ਦੇ ਬਾਹਰੀ ਸੁਝਾਵਾਂ ਨੂੰ ਸਵੀਕਾਰ ਕਰਕੇ ਤੁਸੀਂ ਉਹਨਾਂ ਨੂੰ ਸਾਕਾਰ ਕਰਨ ਵਿੱਚ ਸਹਿਯੋਗ ਦਿੰਦੇ ਹੋ। ਬਚਪਨ ਵਿੱਚ ਤੁਸੀਂ ਦੂਜਿਆਂ ਦੇ ਸੁਝਾਵਾਂ ਦਾ ਵਿਰੋਧ ਨਹੀਂ ਕਰ ਸਕਦੇ ਸੀ। ਤੁਹਾਨੂੰ ਇਸ ਬਾਰੇ ਜ਼ਿਆਦਾ ਪਤਾ ਵੀ ਨਹੀਂ ਸੀ। ਤੁਹਾਡੇ ਲਈ ਤੁਹਾਡਾ ਮਸਤਿਸ਼ਕ ਅਤੇ ਇਸ ਦੇ ਚੇਤਨ ਅਤੇ ਅਵਚੇਤਨ ਹਿੱਸੇ ਇਹੋ ਜਿਹੇ ਰਹੱਸ ਸਨ ਜਿਨ੍ਹਾਂ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਬਹਰਹਾਲ, ਵਿਅਸਕ ਹੋਣ ਤੋਂ ਬਾਅਦ ਤੁਸੀਂ ਚੋਣ ਕਰ ਸਕਦੇ ਹੋ। ਤੁਸੀਂ ਸਕਾਰਾਤਮਕ ਆਤਮ ਸੁਝਾਅ ਦਾ ਪ੍ਰਯੋਗ ਕਰਕੇ ਆਪਣੀ ਕੰਡੀਸ਼ਨਿੰਗ ਦੁਬਾਰਾ ਕਰ ਸਕਦੇ ਹੋ ਅਤੇ ਅਤੀਤ ਦੀ ਛਾਪਾਂ ਨੂੰ ਬਦਲ ਸਕਦੇ ਹੋ। ਇਸ ਦਾ ਪਹਿਲਾ ਕਦਮ ਉਹਨਾਂ ਬਾਹਰੀ ਸੁਝਾਵਾਂ ਦੇ ਪ੍ਰਤੀ ਸੁਚੇਤ ਰਹਿਣਾ ਹੈ ਜਿਹੜਾ ਤੁਹਾਡੇ ਉੱਤੇ ਕੰਮ ਕਰ ਰਹੇ ਹਨ। ਜੇਕਰ ਜਾਂਚਿਆ ਨਾ ਜਾਵੇ ਤਾਂ ਉਹ ਵਿਵਹਾਰ ਦੇ ਇਹੋ ਜਿਹੇ ਸੰਸਕਾਰ ਪਾ ਸਕਦੇ ਹਨ ਜਿਹੜੇ ਤੁਹਾਨੂੰ ਵਿਅਕਤੀਗਤ ਅਤੇ ਸਮਾਜਿਕ ਜੀਵਨ ਵਿੱਚ ਅਸਫਲ ਬਣਾ ਦੇਣਗੇ। ਸਿਰਜਣਾਤਮਕ ਆਤਮ ਸੁਝਾਅ ਤੁਹਾਨੂੰ ਨਕਾਰਾਤਮਕ ਕੰਡੀਸ਼ਨਿੰਗ ਤੋਂ ਮੁਕਤ ਕਰ ਸਕਦੇ ਹਨ। ਜੇਕਰ ਇੰਜ ਨਹੀਂ ਕੀਤਾ ਗਿਆ ਤਾਂ ਨਕਾਰਾਤਮਕ ਕੰਡੀਸ਼ਨਿੰਗ ਤੁਹਾਡੇ ਜੀਵਨ ਨੂੰ ਵਿਰਕਤ ਕਰ ਦੇਵੇਗੀ ਅਤੇ ਚੰਗੀਆਂ ਆਦਤਾਂ ਦੇ ਵਿਕਾਸ ਨੂੰ ਮੁਸ਼ਕਲ ਜਾਂ ਅਸੰਭਵ ਬਣਾ ਦੇਵੇਗੀ। ਤੁਸੀਂ ਨਕਾਰਾਤਮਕ ਸੁਝਾਵਾਂ ਦਾ ਵਿਰੋਧ ਕਰ ਸਕਦੇ ਹੋ। ਅਖਬਾਰ ਚੁੱਕ ਲਓ ਜਾਂ ਟੀਵੀ 'ਤੇ ਨਿਊਜ਼ ਦੇਖੋ
ਹਰ ਦਿਨ ਤੁਸੀਂ ਦਰਜਨਾਂ ਇਹੋ ਜਿਹੀਆਂ ਖਬਰਾਂ ਸੁਣੋਗੇ ਜਿਹੜੀਆਂ ਕਿ ਵਿਅਰਥਤਾ, ਡਰ, ਚਿੰਤਾ, ਤਣਾਅ ਅਤੇ ਭਾਵੀ ਤਬਾਹੀ ਦੇ ਬੀਜ ਬੋ ਸਕਦੀਆਂ ਹਨ। ਜੇਕਰ ਤੁਸੀਂ ਉਹਨਾਂ ਨੂੰ ਸੱਚ ਮੰਨ ਲਓ ਅਤੇ ਆਪਣੇ ਅੰਦਰ ਜਗ੍ਹਾ ਦੇ ਦਿਓ ਤਾਂ ਡਰ ਦੇ ਇਹ ਵਿਚਾਰ ਤੁਹਾਡੀ ਜਿਉਣ ਦੀ ਇੱਛਾ ਨੂੰ ਹੀ ਖਤਮ ਕਰ ਦੇਣਗੇ। ਬਹਰਹਾਲ, ਜਦੋਂ ਤੁਸੀਂ ਇਹ ਸਮਝ ਲੈਂਦੇ ਹੋ ਕਿ ਤੁਹਾਨੂੰ ਇਹਨਾਂ ਨੂੰ ਸਵੀਕਾਰ ਕਰਨ ਦੀ ਲੋੜ ਨਹੀਂ ਹੈ ਤਾਂ ਤੁਹਾਡੇ ਸਾਹਮਣੇ ਵਿਕਲਪ ਖੁੱਲ੍ਹ ਜਾਂਦੇ ਹਨ। ਤੁਹਾਡੇ ਅਵਚੇਤਨ ਮਨ ਨੂੰ ਸਿਰਜਣਾਤਮਕ ਆਤਮ ਸੁਝਾਅ ਦੇ ਕੇ ਇਹਨਾਂ ਸਾਰੇ ਵਿਨਾਸ਼ਕਾਰੀ ਵਿਚਾਰਾਂ ਦਾ ਵਿਰੋਧ ਕਰਨ ਦੀ ਸ਼ਕਤੀ ਹੈ ਤੁਹਾਡੇ ਅੰਦਰ। ਨਿਯਮਤ ਤੌਰ 'ਤੇ ਦੂਜਿਆਂ ਦੇ ਥੋਪੇ ਹੋਏ ਨਕਾਰਾਤਮਕ ਸੁਝਾਵਾਂ ਦੀ ਜਾਂਚ ਕਰਦੇ ਰਹੋ। ਤੁਹਾਨੂੰ ਇਹਨਾਂ ਵਿਨਾਸ਼ਕ ਆਤਮ ਸੁਝਾਵਾਂ ਦੀ ਦਇਆ ਉੱਤੇ ਰਹਿਣ ਦੀ ਲੋੜ ਨਹੀਂ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ, ਗੱਭਰੂਪਨ ਅਤੇ ਵਿਅਸਕ ਜੀਵਨ ਵਿੱਚ ਇਸੇ ਕਾਰਨ ਸੰਤਾਪ ਭੋਗੇ ਹਨ। ਜੇਕਰ ਤੁਸੀਂ ਪਿੱਛੇ ਮੁੜ ਕੇ ਦੇਖੋਗੇ ਤਾਂ ਆਸਾਨੀ ਨਾਲ ਯਾਦ ਕਰ ਸਕਦੇ ਹੋ ਕਿ ਮਾਂ-ਪਿਓ, ਦੋਸਤਾਂ, ਰਿਸ਼ਤੇਦਾਰਾਂ, ਟੀਚਰਜ਼ ਅਤੇ ਸਹਿਯੋਗੀਆਂ ਨੇ ਕਿਵੇਂ ਤੁਹਾਨੂੰ ਨਕਾਰਾਤਮਕ ਸੁਝਾਅ ਦਿੱਤੇ ਸਨ। ਉਹਨਾਂ ਦੀ ਕਹੀਆਂ ਹੋਈਆਂ ਗੱਲਾਂ ਦੀ ਪੜਚੋਲ ਕਰੋ ਅਤੇ ਉਹਨਾਂ ਵਿੱਚ ਛੁਪੇ ਹੋਏ ਅਰਥਾਂ ਦੀ ਗਹੁ ਨਾਲ ਜਾਂਚ ਕਰੋ। ਤੁਸੀਂ ਪਾਓਗੇ ਕਿ ਉਹਨਾਂ ਵਿੱਚੋਂ ਜ਼ਿਆਦਾਤਰ ਗੱਲਾਂ ਝੂਠੀਆਂ ਸਨ। ਉਹਨਾਂ ਦਾ ਛੁਪਿਆ ਹੋਇਆ ਉਦੇਸ਼ ਤੁਹਾਡੇ ਵਿੱਚ ਡਰ ਪੈਦਾ ਕਰਕੇ ਤੁਹਾਨੂੰ ਕਾਬੂ ਵਿੱਚ ਕਰਨਾ ਸੀ ਅਤੇ ਹੈ। ਬਾਹਰਲੇ ਸੁਝਾਅ ਦੀ ਇਹ ਪ੍ਰਕਿਰਿਆ ਹਰ ਘਰ, ਆਫਿਸ, ਫੈਕਟਰੀ ਅਤੇ ਕਲੱਬਾਂ ਵਿੱਚ ਚੱਲਦੀ ਹੈ। ਹੌਲੀ ਹੌਲੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜਾਣੇ ਅਣਜਾਣੇ ਲੋਕਾਂ ਦੇ ਸੁਝਾਵਾਂ ਦਾ ਉਦੇਸ਼ ਇਹ ਹੁੰਦਾ ਹੈ ਕਿ ਤੁਸੀਂ ਉਂਝ ਹੀ ਸੋਚੋ, ਮਹਿਸੂਸ ਕਰੋ ਅਤੇ ਕੰਮ ਕਰੋ ਜਿਵੇਂ ਉਹ ਚਾਹੁੰਦੇ ਹਨ, ਤਾਂ ਜੋ ਉਹਨਾਂ ਨੂੰ ਫਾਇਦਾ ਪਹੁੰਚੇ, ਭਾਵੇਂ ਤੁਹਾਡਾ ਨੁਕਸਾਨ ਹੋ ਜਾਵੇ। ਸੁਝਾਅ ਨੇ ਕਿਵੇਂ ਇੱਕ ਆਦਮੀ ਦੀ ਜਾਨ ਲਈ। ਮੇਰੇ ਦੂਰ ਦੇ ਇੱਕ ਰਿਸ਼ਤੇਦਾਰ ਨੇ ਭਾਰਤ ਦੀ ਇੱਕ ਮਸ਼ਹੂਰ ਮਹਿਲਾ ਭਵਿੱਖਵਕਤਾ ਤੋਂ ਆਪਣਾ ਭਵਿੱਖ ਪੁੱਛਿਆ। ਨਜ਼ੂਮੀ ਨੇ ਉਸ ਨੂੰ ਦੱਸਿਆ ਕਿ ਉਸ ਦਾ ਦਿਲ ਬੜਾ ਕਮਜ਼ੋਰ ਹੈ ਅਤੇ ਉਹ ਅਗਲੀ ਮੱਸਿਆ ਨੂੰ ਮਰ ਜਾਵੇਗਾ। ਮੇਰਾ ਰਿਸ਼ਤੇਦਾਰ ਵਿਸਮਤ ਰਹਿ ਗਿਆ। ਉਸਨੇ ਆਪਣੇ ਪਰਿਵਾਰ ਦੇ ਹਰ ਇੱਕ ਵਿਅਕਤੀ ਨੂੰ ਇਸ ਭਵਿੱਖਬਾਣੀ ਬਾਰੇ ਦੱਸਿਆ। ਉਸਨੇ ਆਪਣੇ ਵਕੀਲ ਨੂੰ ਮਿਲ ਕੇ ਵਸੀਅਤ ਬਣਵਾ ਲਈ। ਜਦੋਂ ਮੈਂ ਉਸ ਨੂੰ ਉਸ ਦੇ ਵਿਸ਼ਵਾਸ ਤੋਂ ਡੇਗਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਮੈਨੂੰ ਦੱਸਿਆ ਕਿ ਉਸ ਭਵਿੱਖਵਕਤਾ ਵਿੱਚ ਅਦਭੁਤ ਪਰਾਲੌਕਿਕ ਸ਼ਕਤੀਆਂ ਹਨ। ਉਹ ਭਵਿੱਖਵਕਤਾ ਲੋਕਾਂ ਦਾ ਬੜਾ ਭਲਾ ਜਾਂ ਮਾੜਾ ਕਰ ਸਕਦੀ ਹੈ। ਉਸ ਨੂੰ ਭਵਿੱਖਬਾਣੀ ਦੀ ਸੱਚਾਈ ਉੱਤੇ ਪੂਰਾ ਭਰੋਸਾ ਸੀ। ਜਦੋਂ ਮੱਸਿਆ ਨੇੜੇ ਆਉਣ ਲੱਗੀ ਤਾਂ ਉਹ ਖੋਇਆ ਖੋਇਆ ਰਹਿਣ ਲੱਗਾ। 1 ਮਹੀਨੇ ਪਹਿਲਾਂ ਉਹ ਆਦਮੀ ਖੁਸ਼, ਸਿਹਤਮੰਦ, ਉਤਸ਼ਾਹੀ ਅਤੇ ਜੋਸ਼ੀਲਾ ਸੀ। ਹੁਣ ਉਹ ਬਿਮਾਰ ਦਿਸਣ ਲੱਗਾ। ਮੱਸਿਆ ਦੇ ਦਿਨ ਉਸ ਨੂੰ ਬੜਾ ਬੁਰਾ ਹਾਰਟ ਅਟੈਕ ਹੋਇਆ। ਉਹ ਮਰ ਗਿਆ। ਹਾਲਾਂਕਿ ਉਸ ਨੂੰ ਇਹ ਪਤਾ ਨਹੀਂ ਸੀ ਕਿ ਆਪਣੀ ਮੌਤ ਦਾ ਕਾਰਨ ਉਹ ਆਪ ਸੀ। ਸਾਡੇ ਵਿੱਚੋਂ ਕਿੰਨਿਆਂ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣੀਆਂ ਹੋਈਆਂ ਹਨ ਅਤੇ ਸੋਚ ਕੇ ਥੋੜ੍ਹੇ ਕੰਬ ਵੀ ਜਾਂਦੇ ਹਨ ਕਿ ਇਹ ਦੁਨੀਆ ਰਹੱਸਮਈ, ਅਨਿਯੰਤਰਿਤ ਸ਼ਕਤੀਆਂ ਨਾਲ ਭਰੀ ਪਈ ਹੈ। ਹਾਂ, ਦੁਨੀਆ ਸ਼ਕਤੀਆਂ ਨਾਲ ਭਰੀ ਪਈ ਹੈ, ਲੇਕਿਨ ਉਹ ਨਾ ਤਾਂ ਰਹੱਸਮਈ ਹਨ, ਨਾ ਹੀ ਅਨਿਯੰਤਰਿਤ। ਮੇਰੇ ਰਿਸ਼ਤੇਦਾਰਾਂ ਨੇ ਆਪ ਆਪਣੀ ਜਾਨ ਲੈ ਲਈ ਕਿਉਂਕਿ ਉਸਨੇ ਇੱਕ ਪ੍ਰਭਾਵਸ਼ਾਲੀ ਸੁਝਾਅ ਨੂੰ ਆਪਣੇ ਅਵਚੇਤਨ ਮਨ ਵਿੱਚ ਦਾਖਲ ਹੋਣ ਦਿੱਤਾ। ਉਸ ਨੂੰ ਭਵਿੱਖਵਕਤਾ ਦੀ ਸ਼ਕਤੀਆਂ ਉੱਤੇ ਭਰੋਸਾ ਸੀ, ਇਸ ਲਈ ਉਸਨੇ ਉਸ ਦੀ ਭਵਿੱਖਬਾਣੀ ਨੂੰ ਪੂਰੀ ਤਰ੍ਹਾਂ ਸਵੀਕਾਰ ਕਰ ਲਿਆ। ਆਓ ਅਵਚੇਤਨ ਮਨ ਦੀ ਕਾਰਜਵਿਧੀ ਦੀ ਜਾਣਕਾਰੀ ਦੇ ਆਧਾਰ ਉੱਤੇ ਇਸ ਘਟਨਾ ਨੂੰ ਦੇਖੀਏ। ਵਿਅਕਤੀ ਦਾ ਚੇਤਨ ਜਾਂ ਤਾਰਕਿਕ ਮਸਤਿਸ਼ਕ ਜਿਸ ਗੱਲ ਉੱਤੇ ਯਕੀਨ ਕਰਦਾ ਹੈ, ਅਵਚੇਤਨ ਮਨ ਉਸ ਨੂੰ ਸਵੀਕਾਰਦਾ ਹੈ ਅਤੇ ਉਸ ਦੇ ਅਨੁਰੂਪ ਕੰਮ ਕਰਦਾ ਹੈ। ਮੇਰਾ ਰਿਸ਼ਤੇਦਾਰ ਜਦ ਉਸ ਭਵਿੱਖਵਕਤਾ ਕੋਲ ਗਿਆ ਤਾਂ ਉਹ ਸੁਝਾਅ ਗ੍ਰਹਿਣ ਕਰਨ ਦੀ ਮਨੋਦਸ਼ਾ ਵਿੱਚ ਸੀ। ਭਵਿੱਖਵਕਤਾ ਨੇ ਉਸ ਨੂੰ ਇੱਕ ਨਕਾਰਾਤਮਕ ਸੁਝਾਅ ਦਿੱਤਾ ਜਿਸ ਨੂੰ ਉਸਨੇ ਸੱਚ ਮੰਨ ਲਿਆ। ਉਹ ਦਹਿਸ਼ਤ ਵਿੱਚ ਆ ਗਿਆ। ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਅਗਲੀ ਮੱਸਿਆ ਨੂੰ ਉਹ ਮਰਨ ਵਾਲਾ ਹੈ। ਉਸ ਨੇ ਇਸ ਦੇ ਬਾਰੇ ਸਾਰਿਆਂ ਨੂੰ ਦੱਸ ਦਿੱਤਾ ਅਤੇ ਆਪਣੀ ਮੌਤ ਦੀ ਤਿਆਰੀ ਕਰਨ ਲੱਗਾ। ਮੌਤ ਬਾਬਤ ਉਸ ਦੇ ਡਰ ਅਤੇ ਪੂਰਵ ਅਨੁਮਾਨ ਉਸ ਦੇ ਅਵਚੇਤਨ ਮਨ ਨੇ ਸਹੀ ਮੰਨ ਲਿਆ ਅਤੇ ਉਸ ਦੀ ਮੌਤ ਨੂੰ ਹਕੀਕਤ ਵਿੱਚ ਬਦਲ ਦਿੱਤਾ। ਜਿਹੜੀ ਮਹਿਲਾ ਨੇ ਉਸ ਦੀ ਮੌਤ ਦੀ ਭਵਿੱਖਬਾਣੀ ਕੀਤੀ ਸੀ, ਉਸ ਦੀ ਸ਼ਕਤੀ ਮੈਦਾਨ ਦੇ ਪੱਥਰਾਂ ਅਤੇ ਲੱਕੜਾਂ ਤੋਂ ਜ਼ਿਆਦਾ ਨਹੀਂ ਸੀ। ਉਸ ਦੇ ਸੁਝਾਅ ਵਿੱਚ ਜਾਨ ਲੈਣ ਦੀ ਸ਼ਕਤੀ ਨਹੀਂ ਸੀ।
ਜੇਕਰ ਉਹ ਆਦਮੀ ਮਨ ਦੇ ਨਿਯਮਾਂ ਨੂੰ ਜਾਣਦਾ ਤਾਂ ਉਹ ਇਸ ਨਕਾਰਾਤਮਕ ਸੁਝਾਅ ਨੂੰ ਪੂਰੀ ਤਰ੍ਹਾਂ ਤੋਂ ਅਸਵੀਕਾਰ ਕਰ ਦਿੰਦਾ ਅਤੇ ਭਵਿੱਖਵਕਤਾ ਦੇ ਸ਼ਬਦਾਂ ਪਰ ਜ਼ਰਾ ਵੀ ਧਿਆਨ ਨਹੀਂ ਦਿੰਦਾ। ਜੇਕਰ ਉਹ ਜਾਣਦਾ ਕਿ ਉਹ ਆਪਣੇ ਹੀ ਵਿਚਾਰਾਂ ਅਤੇ ਭਾਵਨਾਵਾਂ ਦੁਆਰਾ ਨਿਯੰਤਰਿਤ ਹੈ ਤਾਂ ਉਹ ਜਿੰਦਾ ਰਹਿ ਸਕਦਾ ਸੀ। ਜਦ ਭਵਿੱਖਵਕਤਾ ਦੀ ਭਵਿੱਖਬਾਣੀ ਬਖਤਰਬੰਦ ਟੈਂਕ ਉੱਤੇ ਸੁੱਟੀ ਗਈ ਰਬੜ ਦੀ ਗੇਂਦ ਵਰਗੀ ਹੁੰਦੀ, ਉਹ ਆਸਾਨੀ ਨਾਲ ਉਸਦੇ ਸੁਝਾਅ ਨੂੰ ਨਕਾਰ ਸਕਦਾ ਸੀ, ਜਿਸ ਨਾਲ ਉਸ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਸ ਦੀ ਬਜਾਏ ਚੇਤਨਤਾ ਅਤੇ ਸੂਝ ਦੀ ਘਾਟ ਦੇ ਕਾਰਨ ਉਸਨੇ ਆਪਣੀ ਮੌਤ ਨੂੰ ਆਪ ਹੀ ਬੁਲਾ ਲਿਆ। ਦੂਜਿਆਂ ਦੇ ਸੁਝਾਵਾਂ ਵਿੱਚ ਆਪਣੀ ਕੋਈ ਸ਼ਕਤੀ ਨਹੀਂ ਹੁੰਦੀ। ਤੁਸੀਂ ਆਪਣੇ ਵਿਚਾਰਾਂ ਰਾਹੀਂ ਉਹਨਾਂ ਨੂੰ ਸ਼ਕਤੀ ਦਿੰਦੇ ਹੋ। ਤੁਹਾਨੂੰ ਆਪਣੀ ਮਾਨਸਿਕ ਸਹਿਮਤੀ ਦੇਣਾ ਹੁੰਦੀ ਹੈ। ਤੁਹਾਨੂੰ ਉਸ ਵਿਚਾਰ ਨੂੰ ਸਵੀਕਾਰ ਕਰਨਾ ਹੁੰਦਾ ਹੈ। ਤਦ ਉਹ ਵਿਚਾਰ ਤੁਹਾਡਾ ਬਣ ਜਾਂਦਾ ਹੈ ਅਤੇ ਤੁਹਾਡਾ ਅਵਚੇਤਨ ਉਸ ਨੂੰ ਸਾਕਾਰ ਕਰਨ ਲਈ ਕੰਮ ਕਰਦਾ ਹੈ। ਯਾਦ ਰੱਖੋ, ਤੁਹਾਡੇ ਕੋਲ ਚੁਣਨ ਦੀ ਸਮਰੱਥਾ ਹੈ। ਜ਼ਿੰਦਗੀ ਚੁਣੋ, ਪ੍ਰੇਮ ਚੁਣੋ, ਸਿਹਤ ਚੁਣੋ। ਮੰਨੇ ਗਏ ਪ੍ਰਮੁੱਖ ਆਧਾਰ ਵਾਕਾਂ ਦੀ ਸ਼ਕਤੀ। ਪ੍ਰਾਚੀਨ ਯੂਨਾਨ ਦੇ ਜ਼ਮਾਨੇ ਤੋਂ ਹੀ ਦਾਰਸ਼ਨਿਕ ਅਤੇ ਤਰਕ ਸ਼ਾਸਤਰੀਆਂ ਨੇ ਸਿਲੋਜਿਜ਼ਮ ਦੇ ਨਾਂ ਦੇ ਤਰਕ ਦਾ ਅਧਿਐਨ ਕੀਤਾ। ਸਿਲੋਜਿਜ਼ਮ ਵਿੱਚ ਮਸਤਿਸ਼ਕ ਵਿਵਹਾਰਕ ਸੰਦਰਭ ਵਿੱਚ ਤਰਕ ਕਰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਡਾ ਚੇਤਨ ਮਨ ਜਿਹੜੇ ਪ੍ਰਮੁੱਖ ਆਧਾਰ ਵਾਕ ਨੂੰ ਸੱਚ ਮੰਨਦਾ ਹੈ, ਉਸੇ ਨਾਲ ਉਹ ਨਤੀਜਾ ਤੈਅ ਹੁੰਦਾ ਹੈ ਜਿਸ ਉੱਤੇ ਤੁਹਾਡਾ ਅਵਚੇਤਨ ਮਨ ਪੁੱਜੇਗਾ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਸਵਾਲ ਜਾਂ ਸਮੱਸਿਆ ਕਿਹੜੀ ਹੈ। ਜੇਕਰ ਆਧਾਰ ਵਾਕ ਸਹੀ ਹੈ ਤਾਂ ਨਤੀਜਾ ਜ਼ਰੂਰ ਸਹੀ ਹੋਵੇਗਾ। ਉਦਾਹਰਣ ਲਈ, ਹਰ ਗੁਣ ਸ਼ਲਾਘਾਯੋਗ ਹੈ। ਦਿਆਲਤੂ ਇੱਕ ਗੁਣ ਹੈ, ਇਸ ਲਈ ਦਿਆਲਤੂ ਸ਼ਲਾਘਾਯੋਗ ਹੈ। ਜਾਂ ਇਹ ਸਾਰੀਆਂ ਨਿਰਮਿਤ ਚੀਜ਼ਾਂ ਬਦਲਦੀਆਂ ਅਤੇ ਖਤਮ ਹੁੰਦੀਆਂ ਹਨ। ਮਿਸਰ ਦੇ ਪਿਰਾਮਿਡ ਨਿਰਮਿਤ ਚੀਜ਼ ਹਨ, ਇਸ ਲਈ ਪਿਰਾਮਿਡ ਬਦਲਣਗੇ ਅਤੇ ਖਤਮ ਹੋਣਗੇ। ਪਹਿਲੇ ਵਾਕ ਨੂੰ ਪ੍ਰਮੁੱਖ ਆਧਾਰ ਵਾਕ ਕਿਹਾ ਜਾਂਦਾ ਹੈ ਅਤੇ ਸਹੀ ਆਧਾਰ ਵਾਕ ਤੋਂ ਸਹੀ ਨਤੀਜਾ ਨਿਕਲਦਾ ਹੈ। ਕਾਲਜ ਦੇ ਇੱਕ ਪ੍ਰੋਫੈਸਰ ਨੇ ਨਿਊਯਾਰਕ ਸਿਟੀ ਦੇ ਟਾਊਨ ਹਾਲ ਵਿੱਚ ਮਸਤਿਸ਼ਕ ਵਿਗਿਆਨ ਉੱਤੇ ਮੇਰੇ ਕੁਝ ਭਾਸ਼ਣ ਸੁਣੇ। ਉਹ ਬਾਅਦ ਵਿੱਚ ਮੈਨੂੰ ਮਿਲਣ ਆਏ। ਉਹਨਾਂ ਨੇ ਮੈਨੂੰ ਕਿਹਾ, ਮੇਰੇ ਜੀਵਨ ਵਿੱਚ ਹਰ ਚੀਜ਼ ਗੜਬੜ ਹੈ। ਮੈਂ ਆਪਣੀ ਸਿਹਤ, ਦੌਲਤ ਅਤੇ ਮਿੱਤਰ ਸਾਰਿਆਂ ਨੂੰ ਗਵਾ ਚੁੱਕਿਆ ਹਾਂ। ਮੈਂ ਜਿਸ ਚੀਜ਼ ਨੂੰ ਛੂੰਹਦਾ ਹਾਂ ਵਿਗੜ ਜਾਂਦੀ ਹੈ। ਮੈਂ ਉਹਨਾਂ ਨੂੰ ਸਮਝਾਇਆ ਕਿ ਉਹਨਾਂ ਦੀ ਸਮੱਸਿਆਵਾਂ ਤਾਰਕਿਕ ਤੌਰ 'ਤੇ ਉਹਨਾਂ ਦੇ ਆਤਮ ਵਿਨਾਸ਼ਕ ਪ੍ਰਮੁੱਖ ਆਧਾਰ ਵਾਕ ਤੋਂ ਉਤਪੰਨ ਹੋਈ ਹੈ। ਆਪਣੇ ਜੀਵਨ ਨੂੰ ਬਦਲਣ ਲਈ ਉਹਨਾਂ ਨੂੰ ਆਪਣੇ ਚਿੰਤਨ ਵਿੱਚ ਇੱਕ ਨਵੇਂ ਮੁੱਖ ਆਧਾਰ ਵਾਕ ਨੂੰ ਸਥਾਪਿਤ ਕਰਨਾ ਹੋਵੇਗਾ। ਉਹਨਾਂ ਨੂੰ ਇਸ ਵਿਸ਼ਵਾਸ ਨੂੰ ਸਹੀ ਮੰਨਣਾ ਹੋਵੇਗਾ ਕਿ ਉਹਨਾਂ ਦੇ ਅਵਚੇਤਨ ਮਨ ਦੀ ਅਸੀਮ ਬੁੱਧੀਮੱਤਾ ਉਹਨਾਂ ਨੂੰ ਅਧਿਆਤਮਕ, ਮਾਨਸਿਕ ਅਤੇ ਭੌਤਿਕ ਮਾਰਗ ਦਰਸ਼ਨ ਦੇ ਰਹੀ ਹੈ, ਨਿਰਦੇਸ਼ਿਤ ਕਰ ਰਹੀ ਹੈ ਅਤੇ ਸਮਰਿੱਧ ਬਣਾ ਰਹੀ ਹੈ। ਜਦੋਂ ਉਹ ਇਸ ਤਰ੍ਹਾਂ ਕਰ ਲੈਣਗੇ ਤਾਂ ਉਹਨਾਂ ਦਾ ਅਵਚੇਤਨ ਮਨ ਆਪਣੇ ਆਪ ਉਹਨਾਂ ਨੂੰ ਸਿਆਣਪ ਭਰਿਆ ਨਿਰਣਾ ਲੈਣ ਲਈ ਨਿਰਦੇਸ਼ਿਤ ਕਰੇਗਾ, ਉਹਨਾਂ ਦੇ ਸਰੀਰ ਦਾ ਉਪਚਾਰ ਕਰ ਦੇਵੇਗਾ ਅਤੇ ਉਹਨਾਂ ਦੀ ਮਾਨਸਿਕ ਸ਼ਾਂਤੀ ਨੂੰ ਮੋੜ ਦੇਵੇਗਾ। ਪ੍ਰੋਫੈਸਰ ਨੇ ਆਪਣੇ ਜੀਵਨ ਦੀ ਮਨ ਭਾਉਂਦੀ ਤਸਵੀਰ ਬਣਾਈ। ਉਹਨਾਂ ਦਾ ਪ੍ਰਮੁੱਖ ਆਧਾਰ ਵਾਕ ਇਹ ਸੀ, ਅਸੀਮ ਬੁੱਧੀਮੱਤਾ ਹਰ ਤਰੀਕੇ ਨਾਲ ਮੈਨੂੰ ਮਾਰਗ ਦਰਸ਼ਨ ਦੇ ਰਹੀ ਹੈ। ਮੈਂ ਪੂਰੀ ਤਰ੍ਹਾਂ ਸਿਹਤਮੰਦ ਹਾਂ ਅਤੇ ਮੇਰੇ ਮਸਤਿਸ਼ਕ ਦੇ ਸਰੀਰ ਵਿੱਚ ਇੱਕ ਸੁਰਤਾ ਦਾ ਨਿਯਮ ਕਰਦਾ ਹੈ। ਮੇਰੇ ਕੋਲ ਸੁੰਦਰਤਾ, ਪ੍ਰੇਮ, ਸ਼ਾਂਤੀ ਅਤੇ ਸਮਰਿੱਧੀ ਹੈ। ਸਹੀ ਕਰਮ ਅਤੇ ਦੈਵੀ ਵਿਧਾਨ ਦੇ ਸਿਧਾਂਤ ਮੇਰੇ ਸਾਰੇ ਜੀਵਨ 'ਤੇ ਰਾਜ ਕਰਦੇ ਹਨ। ਮੈਂ ਜਾਣਦਾ ਹਾਂ ਕਿ ਮੇਰਾ ਪ੍ਰਮੁੱਖ ਆਧਾਰ ਵਾਕ ਜੀਵਨ ਦੇ ਸਦੀਵੀ ਨਿਯਮਾਂ 'ਤੇ ਆਧਾਰਿਤ ਹਨ ਅਤੇ ਮੈਂ ਜਾਣਦਾ ਹਾਂ, ਮਹਿਸੂਸ ਕਰਦਾ ਅਤੇ ਵਿਸ਼ਵਾਸ ਕਰਦਾ ਹਾਂ ਕਿ ਮੇਰਾ ਅਵਚੇਤਨ ਮਨ ਮੇਰੇ ਚੇਤਨ ਮਨ ਦੀ ਵਿਚਾਰ ਪ੍ਰਕਿਰਤੀ ਦੇ ਅਨੁਰੂਪ ਪ੍ਰਤੀਕਿਰਿਆ ਕਰੇਗਾ। ਬਾਅਦ ਵਿੱਚ ਉਹਨਾਂ ਨੇ ਮੈਨੂੰ ਆਪਣੀ ਪ੍ਰਗਤੀ ਦੀ ਜਾਣਕਾਰੀ ਦਿੰਦਿਆਂ ਲਿਖਿਆ, ਮੈਂ ਆਪਣੇ ਪ੍ਰਮੁੱਖ ਆਧਾਰ ਵਾਕ ਨੂੰ ਹੌਲੀ-ਹੌਲੀ ਸ਼ਾਂਤੀ ਅਤੇ ਪ੍ਰੇਮ ਨਾਲ ਦਿਨ ਵਿੱਚ ਕਈ ਵਾਰੀ ਦੁਹਰਾਉਂਦਾ। ਮੈਂ ਜਾਣਦਾ ਸੀ ਕਿ ਉਹ ਮੇਰੇ ਅਵਚੇਤਨ ਮਨ ਦੀ ਡੂੰਘਾਈ ਉੱਚ ਉਤਰ ਰਹੇ ਹਨ। ਮੈਨੂੰ ਯਕੀਨ ਸੀ ਕਿ ਮੈਨੂੰ ਮਸਤਿਸ਼ਕ ਦੇ ਨਿਯਮਾਂ ਦੇ ਆਧਾਰ 'ਤੇ ਨਤੀਜੇ ਮਿਲਣਗੇ। ਮੈਂ ਤੁਹਾਡੇ ਨਾਲ ਹੋਈ ਗੱਲਬਾਤ ਲਈ ਬੜਾ ਕਿਰਤੱਗ ਹਾਂ ਅਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਮੇਰੇ ਜੀਵਨ ਦੇ ਸਾਰੇ ਖੇਤਰਾਂ ਵਿੱਚ
ਬਹੁਤ ਸੁਧਾਰ ਹੋ ਰਿਹਾ ਹੈ। ਇਹ ਕਾਰਗਰ ਹੈ। ਅਵਚੇਤਨ ਮਨ ਬਹਿਸ ਨਹੀਂ ਕਰਦਾ। ਅਵਚੇਤਨ ਮਨ ਬਹੁਤ ਸਿਆਣਾ ਹੈ। ਇਹ ਸਾਰੇ ਸਵਾਲਾਂ ਦੇ ਜਵਾਬ ਜਾਣਦਾ ਹੈ। ਬਹਰਹਾਲ ਇਸ ਨੂੰ ਪਤਾ ਨਹੀਂ ਹੁੰਦਾ ਕਿ ਇਹ ਜਾਣਦਾ ਹੈ। ਇਹ ਤੁਹਾਡੇ ਨਾਲ ਬਹਿਸ ਨਹੀਂ ਕਰਦਾ ਜਾਂ ਮੋੜਵਾ ਜਵਾਬ ਨਹੀਂ ਦਿੰਦਾ। ਇਹ ਇੰਜ ਨਹੀਂ ਕਹਿੰਦਾ ਹੈ, ਤੁਸੀਂ ਮੇਰੇ ਉੱਤੇ ਇਸ ਤਰ੍ਹਾਂ ਦੇ ਸੁਝਾਵਾਂ ਦੀ ਛਾਪ ਨਾ ਛੱਡੋ। ਜਦ ਤੁਸੀਂ ਕਹਿੰਦੇ ਹੋ ਮੈਂ ਇਹ ਨਹੀਂ ਕਰ ਸਕਦਾ, ਮੇਰੀ ਉਮਰ ਬਹੁਤ ਜ਼ਿਆਦਾ ਹੋ ਗਈ ਹੈ, ਮੈਂ ਇਸ ਜ਼ਿੰਮੇਵਾਰੀ ਨੂੰ ਨਹੀਂ ਨਿਭਾ ਸਕਦਾ, ਮੈਂ ਗਲਤ ਥਾਂ ਗਲਤ ਘਰ ਵਿੱਚ ਪੈਦਾ ਹੋ ਗਿਆ ਸੀ, ਮੈਂ ਸਹੀ ਲੀਡਰਾਂ ਨੂੰ ਨਹੀਂ ਜਾਣਦਾ ਹਾਂ, ਤਾਂ ਤੁਸੀਂ ਇਹਨਾਂ ਨਕਾਰਾਤਮਕ ਵਿਚਾਰਾਂ ਨੂੰ ਆਪਣੇ ਅਵਚੇਤਨ ਮਨ ਵਿੱਚ ਭਰ ਲੈਂਦੇ ਹੋ। ਇਹ ਇਹਨਾਂ ਦੇ ਅਨੁਰੂਪ ਪ੍ਰਤੀਕਿਰਿਆ ਕਰਦਾ ਹੈ। ਤੁਸੀਂ ਦਰਅਸਲ ਆਪਣੀ ਹੀ ਭਲਾਈ ਦਾ ਰਾਹ ਰੋਕਦੇ ਹੋ। ਤੁਸੀਂ ਆਪਣੇ ਜੀਵਨ ਵਿੱਚ ਥੋੜ੍ਹ ਰੁਕਾਵਟ ਤੇ ਨਿਰਾਸ਼ਾ ਨੂੰ ਉਤਪੰਨ ਕਰ ਰਹੇ ਹੋ। ਜਦੋਂ ਤੁਸੀਂ ਆਪਣੇ ਚੇਤਨ ਮਨ ਵਿੱਚ ਰੁਕਾਵਟ, ਅੜਿੱਕੇ ਅਤੇ ਦੇਰੀ ਦੀ ਕਲਪਨਾ ਕਰਦੇ ਹੋ ਤਾਂ ਤੁਸੀਂ ਆਪਣੇ ਅਵਚੇਤਨ ਮਨ ਦੀ ਬੁੱਧੀਮੱਤਾ ਅਤੇ ਗਿਆਨ ਦਾ ਲਾਹਾ ਨਹੀਂ ਲੈਂਦੇ। ਤੁਹਾਨੂੰ ਦਰਅਸਲ ਇਹ ਵਿਸ਼ਵਾਸ ਹੁੰਦਾ ਹੈ ਕਿ ਤੁਹਾਡਾ ਅਵਚੇਤਨ ਮਨ ਤੁਹਾਡੀ ਸਮੱਸਿਆ ਨੂੰ ਸੁਲਝਾ ਨਹੀਂ ਸਕਦਾ। ਇਸ ਦਾ ਨਤੀਜਾ ਹੁੰਦਾ ਹੈ ਕਿ ਮਾਨਸਿਕ ਅਤੇ ਭਾਵਨਾਤਮਕ ਭੀੜ ਭੜੱਕਾ, ਜਿਸ ਤੋਂ ਬਾਅਦ ਬਿਮਾਰੀ ਅਤੇ ਨਿਊਰੋਟਿਕ ਪਰਿਸਥਿਤੀਆਂ ਆਉਂਦੀਆਂ ਹਨ। ਆਪਣੀ ਇੱਛਾਵਾਂ ਨੂੰ ਸਾਕਾਰ ਕਰਨ ਅਤੇ ਨਿਰਾਸ਼ਾ ਨੂੰ ਦੂਰ ਕਰਨ ਲਈ ਦਿਨ ਵਿੱਚ ਕਈ ਵਾਰੀ ਦ੍ਰਿੜਤਾ ਨਾਲ ਕਹੋ, ਅਸੀਮ ਬੁੱਧੀਮੱਤਾ ਨੇ ਮੈਨੂੰ ਇਹ ਮਨੋਕਾਮਨਾ ਦਿੱਤੀ ਹੈ ਅਤੇ ਇਹੀ ਮੈਨੂੰ ਇਸ ਨੂੰ ਸਵੀਕਾਰ ਕਰਨ ਦੀ ਆਦਰਸ਼ ਯੋਜਨਾ ਦੀ ਰਾਹ ਦਿਖਾਉਂਦੀ ਹੈ, ਉਸ ਵੱਲ ਲੈ ਜਾਂਦੀ ਹੈ ਅਤੇ ਲੋੜੀਂਦੀ ਗੱਲ ਦੱਸਦੀ ਹੈ। ਮੈਂ ਜਾਣਦਾ ਹਾਂ ਕਿ ਮੇਰੇ ਅਵਚੇਤਨ ਮਨ ਦੀ ਜ਼ਿਆਦਾ ਡੂੰਘੀ ਸਿਆਣਪ ਹੁਣ ਪ੍ਰਤੀਕਿਰਿਆ ਕਰ ਰਹੀ ਹੈ ਅਤੇ ਮੈਂ ਜਿਹੜਾ ਕੁਝ ਮਹਿਸੂਸ ਕਰਦਾ ਹਾਂ ਅਤੇ ਜਿਸ ਉੱਤੇ ਮਨ ਵਿੱਚ ਦਾਅਵਾ ਕਰਦਾ ਹਾਂ ਉਹ ਬਾਹਰ ਵਿਅਕਤ ਹੁੰਦੀ ਹੈ। ਸੰਤੁਲਨ ਅਤੇ ਸ਼ਾਂਤ ਚਿੱਤਤਾ ਹਰ ਪਾਸੇ ਹੈ। ਦੂਜੇ ਪਾਸੇ ਜੇਕਰ ਤੁਸੀਂ ਕਹਿੰਦੇ ਹੋ ਹੁਣ ਕੋਈ ਰਾਹ ਨਹੀਂ ਬਚਿਆ, ਹੁਣ ਮੇਰੀ ਖੇਡ ਖਤਮ ਹੋ ਗਈ, ਇਸ ਉਲਝਣ ਤੋਂ ਬਾਹਰ ਨਿਕਲਣ ਦਾ ਕੋਈ ਤਰੀਕਾ ਨਹੀਂ ਹੈ, ਮੈਂ ਰੁਕਿਆ ਹੋਇਆ ਅਤੇ ਅਵਰੁੱਧ ਹਾਂ, ਤਾਂ ਤੁਹਾਨੂੰ ਤੁਹਾਡੇ ਅਵਚੇਤਨ ਮਨ ਤੋਂ ਕੋਈ ਜਵਾਬ ਜਾਂ ਪ੍ਰਤੀਕਿਰਿਆ ਨਹੀਂ ਮਿਲੇਗੀ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਅਵਚੇਤਨ ਤੁਹਾਡੇ ਲਈ ਕੰਮ ਕਰੇ ਤਾਂ ਇਸ ਦਾ ਸਹਿਯੋਗ ਲੈਣ ਲਈ ਤੁਹਾਨੂੰ ਇਸ ਨੂੰ ਸਹੀ ਨਿਵੇਦਨ ਕਰਨਾ ਹੋਵੇਗਾ। ਇਹ ਤੁਹਾਡੇ ਵਾਸਤੇ ਹਮੇਸ਼ਾ ਤੋਂ ਕੰਮ ਕਰ ਰਿਹਾ ਹੈ। ਇਹ ਇਸ ਵੇਲੇ ਵੀ ਤੁਹਾਡੇ ਹਿਰਦੇ ਦੀ ਧੜਕਣ ਅਤੇ ਸਾਹ ਨੂੰ ਨਿਯੰਤਰਿਤ ਕਰ ਰਿਹਾ ਹੈ। ਜਦੋਂ ਤੁਹਾਡੀ ਉਂਗਲ ਵੱਢੀ ਜਾਂਦੀ ਹੈ ਤਾਂ ਇਹ ਉਪਚਾਰ ਦੀ ਜਟਲ ਪ੍ਰਕਿਰਿਆ ਸ਼ੁਰੂ ਕਰ ਦਿੰਦਾ ਹੈ। ਇਸ ਦੀ ਸਭ ਤੋਂ ਬੁਨਿਆਦੀ ਪ੍ਰਵਿਰਤੀ ਜੀਵਨ ਵੱਲ ਹੈ। ਇਹ ਹਮੇਸ਼ਾ ਤੁਹਾਡੀ ਦੇਖਭਾਲ ਕਰਦਾ ਹੈ ਅਤੇ ਤੁਹਾਨੂੰ ਸੁਰੱਖਿਅਤ ਰੱਖਦਾ ਹੈ। ਤੁਹਾਡੇ ਅਵਚੇਤਨ ਦੇ ਕੋਲ ਆਪਣੀ ਬੁੱਧੀ ਹੈ, ਲੇਕਿਨ ਇਹ ਤੁਹਾਡੇ ਵਿਚਾਰਾਂ ਅਤੇ ਤਸਵੀਰਾਂ ਦੇ ਪੈਟਰਨ ਨੂੰ ਸਵੀਕਾਰ ਕਰ ਲੈਂਦਾ ਹੈ। ਜਦੋਂ ਤੁਸੀਂ ਕਿਸੇ ਸਮੱਸਿਆ ਦਾ ਜਵਾਬ ਭਾਲਦੇ ਹੋ ਤਾਂ ਤੁਹਾਡਾ ਅਵਚੇਤਨ ਪ੍ਰਤੀਕਿਰਿਆ ਕਰੇਗਾ, ਲੇਕਿਨ ਇਹ ਤੁਹਾਡੇ ਕੋਲੋਂ ਆਸ ਰੱਖੇਗਾ ਕਿ ਤੁਸੀਂ ਆਪਣੇ ਚੇਤਨ ਮਨ ਵਿੱਚ ਕਿਸੇ ਸੱਚੇ ਨਿਰਣੇ ਜਾਂ ਫੈਸਲੇ ਤੇ ਪੁੱਜ ਜਾਵੋ। ਤੁਹਾਨੂੰ ਇਹ ਮੰਨਣਾ ਹੋਵੇਗਾ ਕਿ ਤੁਹਾਡੇ ਅਵਚੇਤਨ ਮਨ ਦੇ ਕੋਲ ਜਵਾਬ ਹਨ। ਜੇਕਰ ਤੁਸੀਂ ਕਹਿੰਦੇ ਹੋ ਮੈਨੂੰ ਨਹੀਂ ਪਤਾ ਕਿ ਕੋਈ ਰਾਹ ਹੈ ਵੀ ਕਿ ਨਹੀਂ, ਮੈਂ ਪੂਰੀ ਤਰ੍ਹਾਂ ਨਾਲ ਦੁਬਿਧਾ ਅਤੇ ਉਲਝਣ ਵਿੱਚ ਹਾਂ, ਮੈਨੂੰ ਜਵਾਬ ਕਿਉਂ ਨਹੀਂ ਮਿਲਦਾ, ਤਾਂ ਤੁਸੀਂ ਪ੍ਰਾਰਥਨਾ ਨੂੰ ਨਕਾਰ ਰਹੇ ਹੋ। ਸਮਾਂ ਕੱਟਦਿਆਂ ਫੌਜੀਆਂ ਵਾਂਗ ਤੁਸੀਂ ਊਰਜਾ ਦਾ ਪ੍ਰਯੋਗ ਤਾਂ ਕਰਦੇ ਹੋ, ਲੇਕਿਨ ਅੱਗੇ ਨਹੀਂ ਵੱਧਦੇ। ਤੁਹਾਡੇ ਮਸਤਿਸ਼ਕ ਦੇ ਪਹੀਏ ਨੂੰ ਵਿਸ਼ਰਾਮ ਦਿਓ, ਆਰਾਮ ਨਾਲ ਬੈਠ ਜਾਓ, ਸਥਲ ਹੋ ਜਾਓ, ਸ਼ਾਂਤੀ ਨਾਲ ਕਹੋ, ਮੇਰਾ ਅਵਚੇਤਨ ਮਨ ਜਵਾਬ ਜਾਣਦਾ ਹੈ, ਇਹ ਸਮੇਂ ਵੀ ਪ੍ਰਤੀਕਿਰਿਆ ਕਰ ਰਿਹਾ ਹੈ। ਮੈਂ ਧੰਨਵਾਦ ਦਿੰਦਾ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਅਵਚੇਤਨ ਦੀ ਅਸੀਮ ਬੁੱਧੀਮੱਤਾ ਸਾਰੀਆਂ ਗੱਲਾਂ ਨੂੰ ਜਾਣਦੀ ਹੈ ਅਤੇ ਮੈਨੂੰ ਇਸ ਵਕਤ ਵੀ ਆਦਰਸ਼ ਜਵਾਬ ਦੇ ਰਹੀ ਹੈ। ਮੇਰਾ ਸੱਚਾ ਵਿਸ਼ਵਾਸ ਮੇਰੇ ਅਵਚੇਤਨ ਮਨ ਦੀ ਬੁੱਧੀਮੱਤਾ ਅਤੇ ਗਿਆਨ ਨੂੰ ਮੁਕਤ ਕਰ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਇੰਜ ਹੋ ਰਿਹਾ ਹੈ। ਯਾਦ ਰੱਖਣ ਲਾਇਕ ਵਿਚਾਰ। ਨੰਬਰ 1, ਚੰਗਾ ਸੋਚੋਗੇ ਤਾਂ ਚੰਗਾ ਹੋਵੇਗਾ, ਮਾੜਾ ਸੋਚੋਗੇ ਤਾਂ ਮਾੜਾ ਹੋਵੇਗਾ। ਤੁਸੀਂ ਉਹੀ ਬਣੋਗੇ ਜਿਹੜਾ ਕਿ ਤੁਸੀਂ ਸਾਰਾ ਦਿਨ ਸੋਚਦੇ ਹੋ। ਨੰਬਰ 2, ਤੁਹਾਡਾ ਅਵਚੇਤਨ ਮਨ ਤੁਹਾਡੇ ਨਾਲ ਬਹਿਸ ਨਹੀਂ ਕਰਦਾ,
ਇਹ ਤੁਹਾਡੇ ਚੇਤਨ ਮਨ ਦੇ ਆਦੇਸ਼ ਨੂੰ ਚੁੱਪ ਚਪੀਤੇ ਮੰਨ ਲੈਂਦਾ ਹੈ। ਜੇਕਰ ਤੁਸੀਂ ਕਹਿੰਦੇ ਹੋ ਮੈਂ ਇਸ ਦਾ ਖਰਚ ਨਹੀਂ ਚੁੱਕ ਸਕਦਾ, ਤਾਂ ਤੁਹਾਡਾ ਅਵਚੇਤਨ ਇਸ ਨੂੰ ਸੱਚ ਬਣਾਉਣ ਦੇ ਲਈ ਕੰਮ ਕਰਨ ਲੱਗਦਾ ਹੈ। ਕੋਈ ਜ਼ਿਆਦਾ ਚੰਗਾ ਵਿਚਾਰ ਚੁਣੋ, ਇਸ ਦੀ ਬਜਾਏ ਇਸ ਨੂੰ ਇਹ ਆਦੇਸ਼ ਦਿਓ ਮੈਂ ਇਸ ਨੂੰ ਖਰੀਦਾਂਗਾ ਅਤੇ ਇਸ ਨੂੰ ਆਪਣੇ ਮਨ ਵਿੱਚ ਸਵੀਕਾਰ ਕਰਦਾ ਹਾਂ। ਤੁਹਾਡੇ ਕੋਲ ਚੁਣਨ ਦੀ ਸ਼ਕਤੀ ਹੈ, ਸਿਹਤ ਹੈ ਅਤੇ ਖੁਸ਼ੀ ਨੂੰ ਚੁਣੋ। ਤੁਸੀਂ ਦੋਸਤਾਨਾ ਜਾਂ ਗੈਰ ਦੋਸਤਾਨਾ ਹੋਣ ਦੀ ਚੋਣ ਕਰ ਸਕਦੇ ਹੋ। ਸਹਿਯੋਗੀ, ਖੁਸ਼ੀ, ਦੋਸਤਾਨਾ, ਪ੍ਰੇਮ ਕਰਨ ਯੋਗ ਬਣਨ ਦੀ ਚੋਣ ਕਰੋਗੇ ਤਾਂ ਸਾਰਾ ਸੰਸਾਰ ਪ੍ਰਤੀਕਿਰਿਆ ਕਰੇਗਾ। ਅਦਭੁਤ ਵਿਅਕਤਿਤਵ ਵਿਕਸਿਤ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ। ਨੰਬਰ 4, ਤੁਹਾਡਾ ਚੇਤਨ ਮਨ ਦਰਬਾਨ ਹੈ। ਇਸ ਦਾ ਪ੍ਰਮੁੱਖ ਕੰਮ ਝੂਠੀ ਛਾਪਾਂ ਤੋਂ ਤੁਹਾਡੇ ਅਵਚੇਤਨ ਮਨ ਦੀ ਰੱਖਿਆ ਕਰਨਾ ਹੈ। ਇਹ ਵਿਸ਼ਵਾਸ ਕਰਨ ਦੀ ਚੋਣ ਕਰੇ ਕਿ ਕੋਈ ਚੰਗੀ ਚੀਜ਼ ਹੋ ਸਕਦੀ ਹੈ ਅਤੇ ਹੁਣੇ ਹੋ ਰਹੀ ਹੈ। ਚੋਣ ਕਰਨ ਦੀ ਸਮਰੱਥਾ ਤੁਹਾਡੀ ਸਭ ਤੋਂ ਵੱਡੀ ਸ਼ਕਤੀ ਹੈ। ਖੁਸ਼ੀ ਅਤੇ ਸਮਰਿੱਧੀ ਦੀ ਚੋਣ ਕਰੋ। ਦੂਜਿਆਂ ਦੇ ਸੁਝਾਵਾਂ ਅਤੇ ਗੱਲਾਂ ਵਿੱਚ ਤੁਹਾਨੂੰ ਸੱਟ ਪਹੁੰਚਾਉਣ ਦੀ ਜ਼ਰਾ ਵੀ ਸ਼ਕਤੀ ਨਹੀਂ। ਇਕੱਲੀ ਸ਼ਕਤੀ ਤੁਹਾਡੇ ਆਪਣੇ ਵਿਚਾਰਾਂ ਵਿੱਚ ਹੈ। ਤੁਸੀਂ ਦੂਜੇ ਦੇ ਵਿਚਾਰਾਂ ਜਾਂ ਸੁਝਾਵਾਂ ਨੂੰ ਅਸਵੀਕਾਰ ਕਰਨ ਦੀ ਚੋਣ ਕਰ ਸਕਦੇ ਹੋ ਅਤੇ ਚੰਗੇ ਵਿਚਾਰਾਂ ਨੂੰ ਦ੍ਰਿੜਤਾ ਨਾਲ ਕਹਿ ਸਕਦੇ ਹੋ। ਤੁਹਾਡੇ ਕੋਲ ਇਹ ਚੋਣ ਕਰਨ ਦੀ ਸ਼ਕਤੀ ਹੈ ਕਿ ਤੁਸੀਂ ਕਿਹੋ ਜਿਹੀ ਪ੍ਰਤੀਕਿਰਿਆ ਕਰੋਗੇ। ਨੰਬਰ 6, ਆਪਣੇ ਸ਼ਬਦਾਂ ਉੱਤੇ ਧਿਆਨ ਦਿਓ। ਤੁਹਾਨੂੰ ਹਰ ਆਲਸੀ ਸ਼ਬਦ ਦਾ ਹਿਸਾਬ ਦੇਣਾ ਹੋਵੇਗਾ। ਕਦੇ ਇਹ ਨਾ ਕਹੋ ਮੈਂ ਅਸਫਲ ਹੋ ਜਾਵਾਂਗਾ, ਮੇਰੀ ਨੌਕਰੀ ਛੁੱਟ ਜਾਵੇਗੀ, ਮੈਂ ਕਿਰਾਇਆ ਨਹੀਂ ਚੁਕਾ ਸਕਦਾ। ਤੁਹਾਡਾ ਅਵਚੇਤਨ ਮਨ ਮਜ਼ਾਕ ਨਹੀਂ ਸਮਝ ਸਕਦਾ। ਇਹ ਇਹਨਾਂ ਚੀਜ਼ਾਂ ਨੂੰ ਹਕੀਕਤ ਵਿੱਚ ਬਦਲ ਦੇਵੇਗਾ। ਨੰਬਰ 7, ਤੁਹਾਡਾ ਮਸਤਿਸ਼ਕ ਮਾੜਾ ਨਹੀਂ ਹੈ। ਪ੍ਰਕਿਰਤੀ ਦੀ ਕੋਈ ਵੀ ਸ਼ਕਤੀ ਮਾੜੀ ਨਹੀਂ ਹੁੰਦੀ। ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਪ੍ਰਕਿਰਤੀ ਦੀ ਸ਼ਕਤੀਆਂ ਦਾ ਪ੍ਰਯੋਗ ਕਿਵੇਂ ਕਰਦੇ ਹੋ। ਆਪਣੇ ਮਸਤਿਸ਼ਕ ਦਾ ਪ੍ਰਯੋਗ ਹਰ ਥਾਂ ਸਾਰੇ ਲੋਕਾਂ ਨੂੰ ਅਸੀਸ ਦੇਣ, ਉਪਚਾਰ ਕਰਨ ਅਤੇ ਪ੍ਰੇਰਿਤ ਕਰਨ ਲਈ ਕਰੋ। ਨੰਬਰ 8, ਕਦੇ ਇਹ ਨਾ ਕਹੋ ਮੈਂ ਨਹੀਂ ਕਰ ਸਕਦਾ। ਇਸ ਵਾਕ ਦੀ ਥਾਂ ਅੱਗੇ ਦਿੱਤਾ ਗਿਆ ਵਾਕ ਰੱਖ ਕੇ ਇਸ ਡਰ ਤੋਂ ਉੱਭਰੋ ਮੈਂ ਆਪਣੇ ਅਵਚੇਤਨ ਮਨ ਦੀ ਸ਼ਕਤੀ ਨਾਲ ਸਾਰੇ ਕੰਮ ਕਰ ਸਕਦਾ ਹਾਂ। ਨੰਬਰ 9, ਡਰ, ਅਗਿਆਨ ਅਤੇ ਅੰਧ ਵਿਸ਼ਵਾਸ ਦੇ ਬਜਾਏ ਸਦੀਵੀ ਸੱਚ ਅਤੇ ਜੀਵਨ ਦੇ ਸਿਧਾਂਤਾਂ ਦੇ ਨਜ਼ਰੀਏ ਨਾਲ ਸੋਚਣਾ ਸ਼ੁਰੂ ਕਰ ਦਿਓ। ਦੂਜਿਆਂ ਨੂੰ ਆਪਣੇ ਲਈ ਸੋਚਣ ਦੀ ਇਜਾਜ਼ਤ ਨਾ ਦਿਓ। ਆਪਣੇ ਵਿਚਾਰ ਆਪ ਚੁਣੋ ਅਤੇ ਆਪਣੇ ਨਿਰਣੇ ਵੀ ਆਪ ਲਓ। ਨੰਬਰ 10, ਤੁਸੀਂ ਆਪਣੀ ਆਤਮਾ ਅਵਚੇਤਨ ਮਨ ਦੇ ਕਪਤਾਨ ਹੋ ਅਤੇ ਆਪਣੀ ਤਕਦੀਰ ਦੇ ਮਾਲਕ ਹੋ। ਯਾਦ ਰਵੇ ਤੁਹਾਡੇ ਕੋਲ ਚੁਣਨ ਦੀ ਸਮਰੱਥਾ ਹੈ। ਜ਼ਿੰਦਗੀ ਚੁਣੋ, ਪ੍ਰੇਮ ਚੁਣੋ, ਸਿਹਤ ਚੁਣੋ, ਖੁਸ਼ੀ ਚੁਣੋ। ਨੰਬਰ 11, ਤੁਹਾਡਾ ਚੇਤਨ ਮਨ ਜਿਸ ਨੂੰ ਸੱਚ ਮੰਨਦਾ ਹੈ, ਤੁਹਾਡਾ ਅਵਚੇਤਨ ਮਨ ਉਸ ਨੂੰ ਸਵੀਕਾਰ ਕਰ ਲਵੇਗਾ ਅਤੇ ਹਕੀਕਤ ਬਣਾ ਦੇਵੇਗਾ। ਖੁਸ਼ਕਿਸਮਤੀ, ਦੈਵੀ ਮਾਰਗ ਦਰਸ਼ਨ, ਸਹੀ ਕਰਮ ਅਤੇ ਜੀਵਨ ਲਈ ਸਾਰੀਆਂ ਅਸੀਸਾਂ ਵਿੱਚ ਵਿਸ਼ਵਾਸ ਕਰੋ। ਤੁਸੀਂ ਸੁਣ ਰਹੇ ਹੋ ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ, ਲੇਖਕ ਡਾਕਟਰ ਜੋਸਫ ਮਰਫੀ। ਤੁਸੀਂ ਸੁਣ ਰਹੇ ਸੀ ਦੂਸਰਾ ਭਾਗ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।